ਇਸ ਤੋਂ ਪਹਿਲਾਂ ਗਵਾਹੋਂ ਉੱਤੇ ਵਿਖਾਇਆ ਗਿਆ ਪੁਰਾਤਨ ਕਾਲ ਦੀਆਂ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਪੂਰੀਆਂ ਕਰਨ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਨੂੰ ਭੇਜਿਆ ਤਾਂ ਕਿ ਲੋਕ ਉਸ ਦੇ ਪ੍ਰੇਮ ਨੂੰ ਯਾਦ ਕਰਨ ਅਤੇ ਉਹ ਉਹਨਾਂ ਨੂੰ ਮੁਕਤੀ ਦੇਵੇ। ਇਹ ਮੇਰਾ ਪਿਆਰਾ ਪੁੱਤਰ ਹੈ। ਉਸ ਦੇ ਸਿਖਾਇਆ ਅਤੇ ਉਸ ਦੇ ਕੀਤੇ ਹੋਏ ਚਮਤਕਾਰਾਂ ਦੀਆਂ ਗੱਲਾਂ ਪੂਰੇ ਇਜ਼ਰਾਈਲ ਵਿੱਚ ਫੈਲ ਗਈਆਂ ਅਤੇ ਭੀੜ ਉਸ ਦੇ ਪਿੱਛੇ ਚੱਲਣ ਲੱਗੀ। ਜਿੱਥੇ ਲੋਕਾਂ ਵਿੱਚ ਯਿਸੂ ਦੀ ਲੋਕਪ੍ਰਿਯਤਾ ਵਧਣ ਲੱਗ ਪਈ, ਉੱਥੇ ਸਥਾਪਿਤ ਧਰਮ ਗੁਰੂ ਜੋ ਫਰੀਸੀ ਕਹਾਉਂਦੇ ਸਨ ਉਸ ਦਾ ਵਿਰੋਧ ਕਰਨ ਲੱਗ ਪਏ। ਯਿਸੂ ਨਾਸਰੀ ਸਾਡੇ ਦੇਸ਼ ਨੂੰ ਨੁਕਸਾਨ ਹੀ ਪਹੁੰਚਾਵੇਗਾ, ਹੁਣ ਉਸ ਨੂੰ ਰਾਸਤੇ ਵਿੱਚੋਂ ਹਟਾਉਣਾ ਹੀ ਪਵੇਗਾ। ਇਹ ਜਾਣਦੇ ਹੋਏ ਕਿ ਅੱਗੇ ਇੱਕ ਵੱਡਾ ਕੰਮ ਕਰਨਾ ਹੈ, ਯਿਸੂ 12 ਲੋਕਾਂ ਨੂੰ ਚੁਣਦਾ ਹੈ ਜੋ ਉਸ ਦੇ ਕੰਮ ਵਿੱਚ ਸਹਾਇਕ ਬਣਨਗੇ ਅਤੇ ਉਹਨਾਂ ਨੂੰ ਤਿਆਰ ਕਰਦਾ ਹੈ। ਅਸੀਂ ਯਰੂਸ਼ਲਮ ਜਾਵਾਂਗੇ ਅਤੇ ਉੱਥੇ ਮੇਰਾ ਮਰਿਆ ਜਾਣਾ ਨਿਸ਼ਚਿਤ ਹੈ। ਨਹੀਂ, ਜਦੋਂ ਫਰੀਸੀ ਆਪਣੀ ਜਿੱਤ ਤੇ ਘਮੰਡ ਕਰ ਰਹੇ ਸਨ ਤਾਂ 3 ਦਿਨ ਬਾਅਦ ਯਿਸੂ ਮੌਤ ਉੱਤੇ ਜਿੱਤ ਪਾ ਕੇ ਜੀ ਉੱਠਦਾ ਹੈ। ਹਾਂ, ਪ੍ਰਭੂ ਨੂੰ ਮੈਂ ਵੇਖਿਆ ਹੈ, ਉਹ ਜ਼ਿੰਦਾ ਹੈ। 90 ਸਾਲ ਦੀ ਉਮਰ ਵਿੱਚ ਯੂਹਨਾ, ਜਿਸ ਨੂੰ ਉਸ ਦੇ ਵਿਸ਼ਵਾਸ ਦੇ ਕਾਰਨ ਜੇਲ੍ਹ ਵਿੱਚ ਸੁੱਟਿਆ ਗਿਆ ਅਤੇ ਦੇਸ਼ ਨਿਕਾਲਾ ਮਿਲਿਆ, 12 ਰਸੂਲਾਂ ਵਿੱਚੋਂ ਕੱਲਾ ਜ਼ਿੰਦਾ ਰਹਿ ਗਿਆ। ਮੈਂ ਉਹਨਾਂ 12 ਵਿੱਚੋਂ ਕੱਲਾ ਰਹਿ ਗਿਆ ਹਾਂ ਤੇ ਹੁਣ ਯਿਸੂ ਦੇ ਕੰਮਾਂ ਅਤੇ ਗੱਲਾਂ ਦਾ ਇਕਲੌਤਾ ਗਵਾਹ ਹਾਂ। ਯਿਸੂ ਮਸੀਹਾ ਦੀ ਮੌਤ ਅਤੇ ਜੀ ਉੱਠਣ ਦੇ ਬਾਅਦ ਉਹ 40 ਦਿਨਾਂ ਤੱਕ ਆਪਣੇ ਚੇਲਿਆਂ ਨੂੰ ਦਿਖਾਈ ਦਿੰਦਾ ਰਿਹਾ ਅਤੇ ਉਹਨਾਂ ਨੂੰ ਪਰਮੇਸ਼ਰ ਦੇ ਰਾਜ਼ ਦੀਆਂ ਗੱਲਾਂ ਦੱਸਦਾ ਰਿਹਾ। ਸਵਰਗ ਨੂੰ ਉਠਾਏ ਜਾਣ ਤੋਂ ਪਹਿਲਾਂ ਜਦੋਂ ਅੰਤ ਦੇ ਦਿਨ ਉਹ ਉਹਨਾਂ ਦੇ ਨਾਲ ਸੀ, ਉਸ ਦਿਨ ਆਖਿਆ, ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਕਰੋ ਜਹਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ, ਤਾਂ ਤੁਸੀਂ ਯਰੂਸ਼ਲਮ ਔਰ ਸਾਰੇ ਯਹੂਦੀਆਂ ਅਤੇ ਸਾਮਰੀਆਂ ਵਿੱਚ ਸਗੋਂ ਧਰਤੀ ਦੇ ਬਨੇ ਤੀਕਰ ਮੇਰੇ ਗਵਾਹ ਹੋਵੋਗੇ। ਚੇਲਿਆਂ ਨੇ ਉਦਾਂ ਹੀ ਕੀਤਾ ਜਿਵੇਂ ਯਿਸੂ ਨੇ ਆਖਿਆ ਸੀ। ਇਹ ਉਹਨਾਂ ਦੀ ਕਹਾਣੀ ਹੈ। ਪਿੱਛੇ ਹਟ ਜਾ। ਉੱਥੇ ਕੌਣ ਹੈ? ਰਸਤੇ ਵਿੱਚੋਂ ਹਟ। ਤੂੰ ਖੜੀ ਹੈ, ਨਹੀਂ ਜਾਣਦਾ। ਹੈਲੋ, ਨਹੀਂ, ਪਹਿਲੀ ਵਾਰੀ ਵੇਖਿਆ ਹੈ। ਕੌਣ? ਹਟ ਪਿੱਛੇ। ਇਹ ਗਲਤ ਹੈਗਾ। ਮੈਂ ਕਿਹਾ ਨਾ, ਸੁਣਾਈ ਨਹੀਂ ਦੇ ਰਿਹਾ ਤੈਨੂੰ? ਐਸੀ ਚੱਲ। ਬੜੇ ਕਰੂਰ ਨੇ। ਚਲੋ ਓਰੇ, ਇਹਦੇ ਨਾਲ ਕੀ ਕਰਨਗੇ? ਚੱਲ, ਰੱਬ ਰੱਖਾ। ਸਾਡੇ ਰਸਤੋਂ ਵਿੱਚੋਂ ਹਟੋ। ਹਾਂ, ਕੀ ਕੀਤਾ ਉਹਨਾਂ ਨੇ? ਨਹੀਂ, ਕੋਈ ਨਹੀਂ ਜਾਣਦਾ। ਅਰੇ ਮੈਨੂੰ ਕੀ ਪਤਾ। ਮੈਨੂੰ ਦੂਜਿਆਂ ਨੂੰ ਦੱਸ ਦੇਣਾ ਚਾਹੀਦਾ ਹੈ। ਕੀ ਗੱਲ ਹੈ? ਕਿਰਪਾ ਕਰਕੇ ਮੈਨੂੰ ਨਿਕਲਣ ਦਿਓ, ਮੈਨੂੰ ਨਿਕਲਣ ਦਿਓ। ਨਹੀਂ ਸੁਣੇ ਜਾ ਰਹੇ। ਪੂਰੇ ਨਗਰ ਦੇ ਲੋਕਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ। ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਥੋੜੇ ਸਮੇਂ ਵਿੱਚ ਅਧਿਕਾਰੀ ਇੱਥੇ ਆ ਜਾਣਗੇ, ਸਮਝੇ? ਤੁਹਾਨੂੰ ਆਖਿਆ ਹੈ, ਤੁਸੀਂ ਇਹ ਜ਼ਬਰਦਸਤੀ ਅੰਦਰ ਨਹੀਂ ਵੜ ਸਕਦੇ। ਪਤਰਸ, ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਕੀ ਹੋ ਗਿਆ? ਕੀ ਸਮੱਸਿਆ ਹੈ? ਉਹ ਯਾਕੂਬ ਹੈ। ਯਾਕੂਬ? ਉਸ ਦੇ ਨਾਲ ਕੀ ਹੋਇਆ? ਉਹਨੂੰ ਬੰਦੀ ਬਣਾ ਲਿਆ। ਬੰਦੀ? ਕਿਉਂ? ਕੀ? ਮੈਂ ਤੁਹਾਨੂੰ ਕੀ ਆਖਿਆ ਸੀ? ਹੈਰੋਦਸ ਅਗਰਿਪਾ ਨੂੰ ਬਿਲਕੁਲ ਕੋਈ ਰੋਕ ਨਹੀਂ ਸਕਦਾ, ਬਿਲਕੁਲ ਵੀ ਨਹੀਂ। ਓਏ ਚੱਲੀਏ। ਕੀ ਤੁਸੀਂ ਚੁੱਪ ਨਹੀਂ ਰਹਿ ਸਕਦੇ? ਕੀ ਮੈਂ ਤੁਹਾਡੇ ਤੋਂ ਕੋਈ ਅਸੰਭਵ ਚੀਜ਼ ਮੰਗੀ ਹੈ? ਉਸ ਨੂੰ ਪੈਰਾਂ ਤੇ ਖੜਾ ਕਰੋ।
मैं कोई अपराध नहीं किया है। ਓ ਅਸਲ ਵਿੱਚ ਤੂੰ ਲਗਾਤਾਰ ਅਪਰਾਧ ਕਰਦਾ ਆ ਰਿਹਾ ਹੈ ਜਦੋਂ ਦਾ ਤੇਰਾ ਤਰਖਾਣਾ ਸਰਦਾਰ ਮਰਿਆ ਹੈ। ਕਿਵੇਂ? ਤੇਰੀ ਸਿੱਖਿਆ ਦੇ ਦੁਆਰਾ ਜੋ ਤੁਸੀਂ ਯੀਸ਼ੂ ਨਾਸਰੀ ਦੇ ਬਾਰੇ ਲਗਾਤਾਰ ਝੂਠ ਤੇ ਝੂਠ ਬੋਲ ਰਹੇ ਹੋ। ਝੂਠ? ਅਸੀਂ ਉਹ ਦੱਸਦੇ ਹਾਂ ਜੋ ਅਸੀਂ ਦੇਖਿਆ ਤੇ ਸੁਣਿਆ ਹੈ। ਯੀਸ਼ੂ ਪਰਮੇਸ਼ਰ ਦਾ ਪੁੱਤਰ ਹੈ, ਮਸੀਹਾ ਹੈ। ਹਮੇਸ਼ਾ ਦੇ ਲਈ ਉਹ ਵਿਅਕਤੀ ਮਰ ਗਿਆ, ਸਲੀਬ ਤੇ ਚਲਾਇਆ, ਦਫਨਾਇਆ ਗਿਆ। ਪਰ ਉਹ ਜੀ ਉਠਿਆ ਅਤੇ ਫਿਰ ਤੋਂ ਜ਼ਿੰਦਾ ਹੈ। ਯੀਸ਼ੂ ਹੀ ਮਸੀਹਾ ਹੈ ਜਿਸ ਦੀ ਭਵਿੱਖਬਾਣੀ ਨਬੀਆਂ ਨੇ ਕੀਤੀ। ਨਹੀਂ ਉਹ ਹੀ ਮਸੀਹਾ ਹੈ ਅਤੇ ਮੈਂ ਉਸ ਦਾ ਇੱਕ ਗਵਾਹ ਹਾਂ। ਤਾਂ ਹੁਣ ਉਹਨਾਂ ਵਿੱਚੋਂ ਇੱਕ ਘਟ ਜਾਵੇਗਾ। ਤੈਨੂੰ ਪਤਾ ਹੈ ਕੀ ਕਰਨਾ ਹੈ। ਤੁਸੀਂ ਨਹੀਂ ਰੋਕ ਸਕਦੇ। ਤੁਸੀਂ ਉਹ ਨਹੀਂ ਰੋਕ ਸਕੋਗੇ ਜੋ ਪਰਮੇਸ਼ਵਰ ਕਰ ਰਿਹਾ ਹੈ। ਤੁਸੀਂ ਕੋਸ਼ਿਸ਼ ਕਰਕੇ ਭਾਵੇਂ ਮੈਨੂੰ ਰੋਕ ਲਵੋਗੇ। ਤੁਸੀਂ ਸਾਨੂੰ ਨਹੀਂ ਰੋਕ ਸਕਦੇ। ਤੁਸੀਂ ਸਾਨੂੰ ਨਹੀਂ ਰੋਕ ਸਕਦੇ। ਯਾਕੂਬ ਉਹ ਪਹਿਲਾ ਸੀ ਜਿਸ ਨੂੰ ਸ਼ਹੀਦ ਕੀਤਾ ਗਿਆ। ਹਾਂ, ਉਹਨਾਂ 12 ਵਿੱਚੋਂ ਪਹਿਲਾ। ਮੈਂ ਤੇ ਉਹ ਨਾਲ ਹੀ ਸਾਂ ਜਦੋਂ ਯੀਸ਼ੂ ਨੇ ਸਾਨੂੰ ਉਸ ਦੇ ਪਿੱਛੇ ਹੋਣ ਲੈਣ ਲਈ ਆਖਿਆ ਸੀ। ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੇ ਬੰਦੀ ਬਣਾਏ ਜਾਣ ਤੋਂ ਬਾਅਦ ਮੈਂ ਉਸ ਨੂੰ ਫਿਰ ਨਹੀਂ ਦੇਖਿਆ। ਉਹ ਇੱਕ ਬਹੁਤ ਹੀ ਭਲਾ ਵਿਅਕਤੀ ਸੀ, ਆਪਣੀ ਗੱਲਾਂ ਦਾ ਪੱਕਾ। ਐਦਾਂ ਲੱਗਦਾ ਕਿ ਤੁਸੀਂ ਸਾਰੇ ਉਦਾਂ ਦੇ ਹੀ ਸੀ, ਕਿਸੇ ਵੀ ਸੂਰਮਾ ਵਰਗੇ ਦਲੇਰ। ਕੀ ਤੇਰਾ ਇਹ ਵਿਚਾਰ ਨਹੀਂ ਭੁੱਲੋ? ਜਾਂ ਤਾਂ ਉਹ ਜਾਂ ਇੱਕਦਮ ਢੀਠ। ਮੈਨੂੰ ਸ਼ੱਕ ਹੈ ਕਿ ਢੀਠਪਣਾ ਮੌਤ ਦੀ ਸਜ਼ਾ ਦੀ ਧਮਕੀ ਦੇ ਅੱਗੇ ਖੜਾ ਵੀ ਰਹਿ ਪੈਂਦਾ। ਏਦਾਂ ਹੈ, ਉਹ ਤੁਹਾਨੂੰ ਯਕੀਨ ਦਿਵਾ ਚੁੱਕਿਆ ਹੈ ਕਿ ਨਹੀਂ ਮੈਂ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਾ ਹਾਂ, ਕਿਸੇ ਪਾਗਲ ਦੀ ਵੀ। ਮੰਨ ਲਓ ਜੇ ਮੈਂ ਹਾਂ ਕਹਾਂ, ਚਲੋ ਤੁਹਾਨੂੰ ਸਾਰਿਆਂ ਨੂੰ ਨਿਡਰ ਕਹੀਏ। ਉਹ ਇਸ ਤਰ੍ਹਾਂ ਹਮੇਸ਼ਾ ਤਾਂ ਨਹੀਂ ਸੀ। ਕੀ ਤੇਰਾ ਕੀ ਮਤਲਬ ਹੈ? ਦੇਖਿਆ, ਉਹ ਵੀ ਸਵੀਕਾਰ ਕਰਦਾ ਹੈ। ਤੁਸੀਂ ਸਾਰਿਆਂ ਨੇ ਜੇਲ੍ਹ ਦੇਖੀ ਹੈ, ਤੁਹਾਡੇ ਵਿੱਚੋਂ ਜ਼ਿਆਦਾਤਰ ਨੇ ਮੌਤ। ਹਾਂ, ਬਾਅਦ ਵਿੱਚ ਕਿਸ ਦੇ ਬਾਅਦ? ਉਸ ਦੇ ਬਾਅਦ ਜਦੋਂ ਮਸੀਹ ਨੇ ਸਾਨੂੰ ਵਾਅਦਾ ਦਿੱਤਾ। ਬਪਤਿਸਮਾ ਦੇਣ ਵਾਲੇ ਨੇ ਕਿਹਾ ਸੀ, ਮੇਰੇ ਬਾਅਦ ਇੱਕ ਆਉਣ ਵਾਲਾ ਹੈ ਜੋ ਤੁਹਾਨੂੰ ਬਪਤਿਸਮਾ ਦੇਵੇਗਾ। ਉਹ ਪਵਿੱਤਰ ਆਤਮਾ ਦਾ ਅਤੇ ਅੱਗ ਦਾ ਹੋਵੇਗਾ। ਇੱਕ ਸਿਰ ਦੇ ਦੋ। ਤੁਹਾਨੂੰ ਮੇਰੀ ਕਹਾਣੀ ਯਾਦ ਹੋਵੇਗੀ ਕਿ ਯਿਸੂ ਮਰਿਆ ਅਤੇ ਫਿਰ ਜੀ ਉਠਿਆ। ਸਾਡੇ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਸਨੇ ਸਾਨੂੰ ਜੇਰੂਸਲਮ ਵਿੱਚ ਰੁਕਣ ਦੇ ਲਈ ਕਿਹਾ। ਤੁਹਾਡੇ ਉੱਤੇ ਸਵਰਗ ਤੋਂ ਸ਼ਕਤੀ ਉਤਰੇਗੀ, ਉਸਨੇ ਕਿਹਾ ਸੀ। ਅਸੀਂ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਸਨੇ ਆਖਿਆ ਸੀ। ਨਗਰ ਲੋਕਾਂ ਨਾਲ ਭਰ ਰਿਹਾ ਹੈ। ਤੇਰੀ ਰੋਟੀ ਦਾ ਪਰਬ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਸਾਨੂੰ ਜਲਦੀ ਕਰਨੀ ਚਾਹੀਦੀ ਹੈ, ਦੂਜੇ ਉਡੀਕ ਕਰ ਰਹੇ ਹਨ। ਚੱਲ ਹਟ ਜਾਓ ਭਾਈ, ਥੋੜਾ ਰਾਸਤਾ ਦੇ ਦਿਓ। ਨਹੀਂ, ਇਹ 2 ਗੁਣਾ ਜ਼ਿਆਦਾ ਹੈ। 2 2 تا نون یا 2 دیناری؟ فکر میکنم منظورش 2 دینار است. من از کجا بدونم؟ تو قبلا اینجا بودی؟ تو نبودی؟ ਇਹ ਮਿਧਿਆਨੀ, ਉਹ ਮੇਰਾ ਬੋਲਿਆ ਇੱਕ ਵੀ ਸ਼ਬਦ ਨਹੀਂ ਸਮਝ ਪਾ ਰਹੇ ਹਨ। ਹਰ ਸਾਲ ਇਤਨਾ ਹੀ ਹੁੰਦਾ ਆਇਆ ਹੈ ਨਾ ਜੀ? ਸੁਣੋ, ਇਹ ਵਿਅਕਤੀ 2 ਦਿਨਾਰਾ ਮੰਗ ਰਿਹਾ ਹੈ। 2 ਸਮਝੇ? ਬੇਸ਼ੱਕ ਤੁਸੀਂ ਨਹੀਂ ਸਮਝੋਗੇ। آهان پس 2 تا میخواد. این دزدیه. دزدی در روز روشن. ਅਸੀਂ ਯਰੂਸ਼ਲਮ ਵਿੱਚ ਰੁਕੇ ਰਹੇ ਜਿਵੇਂ ਯੀਸ਼ੂ ਨੇ ਆਖਿਆ ਸੀ। ਪ੍ਰਾਰਥਨਾ ਵਿੱਚ ਉਸ ਦਾ ਵਚਨ ਪੂਰਾ ਹੋਣ ਦੇ ਦਿਨ ਦੀ ਉਡੀਕ ਕਰਕੇ ਜਦੋਂ ਸਾਡੇ ਤੇ ਆਤਮਾ ਉਤਰਨ ਵਾਲੀ ਸੀ। ਜਿਸ ਦਿਨ ਉਹ ਆਇਆ, ਸਾਡੇ ਜੀਵਨ ਬਦਲ ਗਏ ਸਦਾ ਦੇ ਲਈ।
ਦੇ ਯੋਗ ਹੈ در بازه های او با هم بیایید کوس خداوند را سپاس گفتن و به سهمهای او با تسبیح ਤੁਹਾਨੂੰ ਕੀ ਚਾਹੀਦਾ ਹੈ? ਨਹੀਂ ਮੇਰੇ ਕੋਲ ਸਕਦੇ ਹੋ ਸਾਨੂੰ ਅਖਤਰ ਮਦਲੀ ਕਿੱਥੇ ਕੀ? ਮੈਂ ਸਮਝ ਨਹੀਂ ਪਾ ਰਿਹਾ ਤੁਸੀਂ ਕੀ ਕਹਿ ਰਹੇ ਹੋ। ਇਹ ਕੀ ਹੈ? ਸ਼ੋਰ ਵੱਧਦਾ ਜਾ ਰਿਹਾ ਹੈ। ਇਹ ਕੀ ਹੈ ਮੈਨੂੰ ਦੱਸੋ ਮੈਨੂੰ ਸੁਣਾਈ ਨਹੀਂ ਦੇ ਰਿਹਾ ਤੁਸੀਂ ਕੀ ਕਹਿ ਰਹੇ ਹੋ। ਤੂੰ ਮੇਰੇ ਪਿਤਾ ਦਾ ਇਹ ਕੀ ਹੈ? ਪਰਮੇਸ਼ਵਰ ਹੈ ਮੈਨੂੰ ਨਹੀਂ ਪਤਾ ਪਰ ਸ਼ੋਰ ਉੱਥੋਂ ਉੱਠ ਰਿਹਾ ਹੈ। ਕੋਈ ਉਹਨੂੰ ਕਹੇ ਕਿ ਉਹ ਸ਼ੋਰ ਕੱਟ ਕਰੇ। ਕੀ ਹੋ ਰਿਹਾ ਹੈ? परमेश्वर वो बहुत दयालु है। इतने सवेरे क्यों हो रहा है? मैं भी वो सुना है। समझ नहीं आ रहा ये लोग की इतना शोर क्यों मचा रहे हैं। हाँ? ऐसा ਕੀ ਚੱਲ ਰਿਹਾ ਹੈ? ਇਹ ਕਿਉਂ ਹੋ ਰਿਹਾ ਮੈਨੂੰ? ਸਾਡੀ ਸ਼ਾਂਤੀ ਉਹਦੇ ਉੱਤੇ ਤਾੜਨਾ ਹੋਈ। ਸਾਰੇ ਲਈ ਖੁਸ਼ਖਬਰੀ ਹੈ ਸਾਨੂੰ ਪ੍ਰਭੂ ਦੇ ਦਰਸ਼ਨ ਹੋ ਗਏ। ਸੱਚਮੁੱਚ ਸਵੇਰੇ ਦੇ ਇਸ ਸਮੇਂ? ਪਰ ਇਹ ਸਾਰੇ ਗਲੀਲੀ ਖੇਦ ਹੈ ਹਾਂ ਪਰ ਅਸੀਂ ਸਾਰੇ ਉਸ ਤਰ੍ਹਾਂ ਦੇ ਨਹੀਂ। ਸਾਡੇ ਵਿੱਚੋਂ ਕੁਝ ਜੀਣ ਦੇ ਲਈ ਮਿਹਨਤ ਕਰਦੇ ਹਨ। ਇਸ ਦਾ ਕੀ ਅਰਥ ਹੋਇਆ? ਜ਼ਰਾ ਉਹਨਾਂ ਵੱਲ ਦੇਖੋ ਸਾਫ਼ ਹੈ ਉਹ ਨਸ਼ੇ ਵਿੱਚ ਹਨ। ਸਾਨੂੰ ਪ੍ਰਭੂ ਦੇ ਦਰਸ਼ਨ ਹੋ ਗਏ ਦਰਸ਼ਨ ਹੋ ਨਸ਼ੇ ਦੇ ਗਏ। ਵਿੱਚ ਇਸ ਦਾ ਕੀ ਮਤਲਬ? ਨਹੀਂ ਸਮਝੇ? ਹਾਂ ਉਹ ਸ਼ਰਾਬੀ ਹੈ ਸ਼ਰਾਬੀ। ਹਾਂ ਹੁਣ ਤੈਨੂੰ ਸਮਝ ਆਇਆ। ਪਰ ਉਹ ਤਾਂ ਸਾਡੀ ਭਾਸ਼ਾ ਬੋਲ ਰਹੇ ਹਨ। ਇਹ ਤਾਂ ਮੇਰੇ ਇਹ ਲੋਕੀ हे प्रभु ਕੀ हाँ मुक्ति दे बारे بهار آنکه به سبب تقصیرهای ما مجروح ਇੱਕ ਮਸੀਹਾ ਮਸੀਹਾ? पार्थियंस, बीट्स, एलिमेंट्स, क्रिश्चियंस, अरब्स ਉਹ ਪਰਮੇਸ਼ਰ ਦੇ ਕੰਮਾਂ ਦਾ ਪ੍ਰਚਾਰ ਕਰ ਰਹੇ ਹਨ। ਸਾਡੀ ਭਾਸ਼ਾ ਵਿੱਚ ਇਹ ਸਭ ਕੀ ਹੈ? ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸੁਣੋ ਅਸੀਂ ਸ਼ਰਾਬ ਨਹੀਂ ਪੀਤੀ ਜਿਵੇਂ ਤੁਸੀਂ ਸਮਝ ਰਹੇ ਹੋ। ਨਹੀਂ ਹਾਂ ਸਹੀ ਸਹੀ। ਜੋ ਕੁਝ ਤੁਸੀਂ ਦੇਖ ਰਹੇ ਹੋ ਅਤੇ ਸੁਣ ਰਹੇ ਹੋ ਇਹ ਯੋਲ ਨਬੀ ਨੇ ਕਿਹਾ ਸੀ। ਪਰਮੇਸ਼ਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਜੋ ਵੀ ਹੋਵੇਗਾ ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦੇਵਾਂਗਾ ਅਤੇ ਤੁਹਾਡੇ ਪੁੱਤਰ ਧੀਆਂ ਅਗਮ ਵਾਕ ਕਰਨਗੇ। ਇਹ ਕੀ ਗੱਲ ਕਰ ਰਿਹਾ ਹੈ? ਤੁਸੀਂ ਸੋਚ ਰਹੇ ਹੋਵੋਗੇ ਇਹ ਕੀ ਹੈ ਇਹ ਕਿਵੇਂ ਸੰਭਵ ਹੈ। ਮੈਂ ਤੁਹਾਨੂੰ ਦੱਸ ਦੇਵਾਂ। ਤੁਹਾਨੂੰ ਯੀਸੂ ਨਾਜ਼ਰੀ ਤਾਂ ਯਾਦ ਹੋਵੇਗਾ। ਇੱਕ ਮਨੁੱਖ ਸੀ ਜਿਸ ਦਾ ਪਰਮੇਸ਼ਰ ਦੀ ਵੱਲੋਂ ਹੋਣ ਦਾ ਪ੍ਰਮਾਣ ਉਹਨਾਂ ਸ਼ਕਤੀਸ਼ਾਲੀ ਕੰਮਾਂ ਅਤੇ ਅਚਰਜ ਕੰਮਾਂ ਅਤੇ ਚਿੰਨ੍ਹਾਂ ਨਾਲ ਪ੍ਰਗਟ ਹੈ ਜੋ ਪਰਮੇਸ਼ਰ ਦੀ ਯੋਜਨਾ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ ਅਤੇ ਤੁਸੀਂ ਬੁਰੀਆਰਾ ਦੀ ਹੱਥੀ ਸਲੀਬ ਦੇ ਕੇ ਮਰਵਾ ਦਿੱਤਾ। ਸਲੀਬ ਤੇ ਚੜਾਇਆ ਨਗਰ ਦੀ ਕੰਧਾਂ ਦੇ ਬਾਹਰ। ਹਾਂ ਉਹ ਹੀ ਯੀਸ਼ੂ। ਇਸੇ ਯੀਸ਼ੂ ਨੇ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਵਾ ਲਿਆ। ਇਹੀ ਮੁਰਦਿਆਂ ਵਿੱਚੋਂ ਜਿਵਾ ਲਿਆ ਅਤੇ ਉਸ ਨੂੰ ਪ੍ਰਭੂ ਅਤੇ ਮਸੀਹਾ ਦੋਵੇਂ ਹੀ ਠਹਿਰਾਇਆ ਅਤੇ ਅਸੀਂ ਉਸ ਦੇ ਗਵਾਹ ਹਾਂ। ਅਸੀਂ ਯੀਸ਼ੂ ਦੇ ਨਾਲ ਪਹਿਲਾਂ ਵੀ ਸੀ ਅਤੇ ਉਸ ਦੇ ਮਰਨ ਦੇ ਬਾਅਦ ਵੀ ਉਸਨੇ ਸਾਡੇ ਉੱਤੇ ਆਪਣੀ ਆਤਮਾ ਉੜੇਲ ਦਿੱਤੀ ਏ। ਅਸੰਭਵ। ਤੁਹਾਨੂੰ ਉਮੀਦ ਹੈ ਕਿ ਅਸੀਂ ਇਹ ਮੰਨ ਲਵਾਂਗੇ। ਦੇਖੋ ਤੁਸੀਂ ਇਹਨਾਂ ਵਿੱਚੋਂ ਕੁਝ ਨੂੰ ਜਾਣਦੇ ਹੋਗੇ। ਇਹ ਸੰਭਵ ਨਹੀਂ ਕਿ ਇਹ ਇਹਨਾਂ ਭਾਸ਼ਾ ਨੂੰ ਜਾਣਦੇ ਹੋਣਗੇ ਅਤੇ ਇੰਨੀ ਤੇਜ਼ੀ ਨਾਲ ਬੋਲ ਸਕਣ। ਇਹ ਇੱਕ ਚਿੰਨ੍ਹ ਹੈ ਨਿਸ਼ਚਿਤ ਹੀ ਹੈ। ਜੇ ਤੁਸੀਂ ਕਹਿ ਰਹੇ ਹੋ ਸੱਚ ਹੈ ਤਾਂ ਕਿਰਪਾ ਕਰਕੇ ਤੁਸੀਂ ਦੱਸੋਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਨੂੰ ਦੱਸੋ ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰ ਇੱਕ ਪਾਪੋ ਆਪਣੀ ਪਾਪਾ ਦੀ ਮਾਫੀ ਦੇ ਲਈ ਯੀਸ਼ੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਮਿਲੇਗਾ ਅਤੇ ਤੁਸੀਂ ਵੀ ਬਚਾਏ ਜਾਓਗੇ। ਲਗਭਗ 3000 ਲੋਕੀ ਸਾਡੇ ਨਾਲ ਜੁੜ ਗਏ ਸਨ ਉਸ ਦਿਨ। 3000 ਇੱਕ ਦਿਨ ਵਿੱਚ? ਇਹ ਤੇ ਸਿਰਫ ਸ਼ੁਰੂਆਤ ਸੀ। ਗਿਣਤੀ ਉੱਥੇ ਹੀ ਨਹੀਂ ਰੁਕੀ। ਉਹ ਇੱਕ ਹੱਡ ਦੇ ਵਾਂਗ ਸੀ। ਜਿਵੇਂ ਜਿਵੇਂ ਸਾਡੀ ਗਿਣਤੀ ਵੱਧਦੀ ਗਈ ਅਸੀਂ ਸਾਡੇ ਤੇ ਉਡੇਲੇ ਹੋਏ ਪਰਮੇਸ਼ਰ ਦੇ ਪ੍ਰੇਮ ਵਿੱਚ ਵੱਧਦੇ ਗਏ। ਇਹ ਉਹ ਸੀ ਜਿਸ ਨੂੰ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ ਸੀ। ਇਹ ਕੀ ਹੈ? ਅਸੀਂ ਆਪਣੀ ਗੱਡੀ ਵੇਚ ਦਿੱਤੀ
ਅਸੀਂ ਇਹੋ ਜਿਹੇ ਪਰਿਵਾਰ ਦੇਖ ਕੇ ਜਿਨ੍ਹਾਂ ਦੀਆਂ ਜ਼ਰੂਰਤਾਂ ਸਾਡੇ ਤੋਂ ਵੱਧ ਸਨ। ਕਿਸੇ ਨੇ ਵੀ ਆਪਣੀ ਚੀਜ਼ਾਂ ਨੂੰ ਆਪਣਾ ਨਹੀਂ ਕਿਹਾ। ਉਹ ਜੋ ਸਾਡੇ ਵਿਰੋਧੀ ਸਨ, ਉਹ ਸਾਡੀ ਏਕਤਾ ਤੇ ਆਨੰਦ ਤੇ ਹੈਰਾਨ ਸਨ। ਕਿਰਪਾ ਮੈਨੂੰ ਪੀੜਾ ਨਾ ਦਿਓ। ਨਹੀਂ ਨਹੀਂ ਭਾਈ, ਅਸੀਂ ਤੇਰੀ ਮਦਦ ਕਰਨ ਦੇ ਲਈ ਆਏ ਹਾਂ। ਕੀ ਇਸ ਦੇ ਜ਼ਖਮਾਂ ਤੇ ਮਰਮ ਲਗਾਈਏ। ਕੀ ਤੂੰ ਅੱਜ ਕੁਝ ਖਾਦਾ ਹੈ? ਕੁੜੀ ਕਦੇ ਕਿਸੇ ਨੇ ਅੱਜ ਤੱਕ ਮੇਰੇ ਨਾਲ ਹਮਦਰਦੀ ਨਹੀਂ ਦਿਖਾਈ। ਤੁਹਾਡਾ ਧੰਨਵਾਦ। ਉਫ, ਇਹ ਬਦਬੂ। ਚੱਲ ਭੱਜ। ਪਰਮੇਸ਼ਰ ਸਾਡੀ ਗਿਣਤੀ ਰੋਜ਼ ਵਧਾਉਂਦਾ ਗਿਆ ਸਾਬ ਗਰੀਬ ਆਦਮੀਆਂ, ਕੀ ਤੁਸੀਂ ਗਰੀਬ ਆਦਮੀ ਨੂੰ ਭੀਖ ਦੋਗੇ? ਅਤੇ ਸਾਨੂੰ ਸ਼ਕਤੀਸ਼ਾਲੀ ਚਮਤਕਾਰਾਂ ਨਾਲ ਬਰਕਤ ਦਿੱਤੀ। ਕੁਝ ਵੀ ਦੇ ਦਿਓ। ਸਾਡੇ ਵੱਲ ਵੇਖ। ਹਾਂਜੀ, ਧੰਨਵਾਦ ਜਨਾਬ। ਚਾਂਦੀ ਤੇ ਸੋਨਾ ਮੇਰੇ ਕੋਲ ਤੇ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਉਹ ਤੈਨੂੰ ਦਿੰਦਾ ਹਾਂ। ਯੀਸ਼ੂ ਮਸੀਹ ਨਾਸਰੀ ਦੇ ਨਾਂ ਨਾਲ ਤੁਰ ਫਿਰ ਬੰਦੇ। ਪਰ ਮੈਂ ਕੀ ਇਹ ਕੀ ਹੋ ਰਿਹਾ? ਮੈਂ ਆਪਣੇ ਪੈਰਾਂ ਨੂੰ ਮਹਿਸੂਸ ਕਰ ਸਕਦਾ ਹਾਂ। ਇਹ ਕੀ ਹੋ ਰਿਹਾ ਹੈ? ਪਰ ਇਹ ਕਿਵੇਂ ਸੰਭਵ ਹੈ? ਮੇਰੇ ਪੈਰ, ਮੈਂ ਆਪਣੇ ਪੈਰ ਮਹਿਸੂਸ ਕਰ ਸਕਦਾ ਹਾਂ। ਇਹ ਕਿਵੇਂ ਹੋਇਆ? ਇਹ ਤਾਂ ਕਮਾਲ ਹੋ ਗਿਆ। ਮੈਂ ਚੱਲ ਸਕਦਾ ਹਾਂ। ਦੇਖੋ, मैं चंगा हो गया। प्रभु की स्तुति होवे। देखो बिनु, मैं चल सकता हूं। ऐसा नहीं हो सकता, ये ता जन्म तो लंगड़ा है। तेरा धन्यवाद प्रभु, तेरी स्तुति होवे, तेरी स्तुति होवे। चमत्कार हुआ है। देखो, ਮੈਨੂੰ ਤਾਂ यकीन नहीं हो रहा। ये शोर क्यों हो रहा है? क्यों हो रहा है इत्थे? एक चमत्कार होया है। मैं चल सकता हूं। ये चमत्कार प्रभु महान है। नहीं, एक चमत्कार। प्रभु महान है। फिर तो नहीं। ਇਹ ਲੋਕੀ, ਇਹ ਪਵਿੱਤਰ ਲੋਕੀ ਜਿਨ੍ਹਾਂ ਨੇ ਇੱਕ ਲੰਗੜੇ ਨੂੰ ਚੰਗਾ ਕੀਤਾ ਹੈ। नहीं कीता। ਮਿੱਤਰੋ ਸਾਡੀ ਗੱਲ ਸੁਣੋ। ਭਰੋਸਾ ਰੱਖੋ, ਅਸੀਂ ਇਸ ਮਨੁੱਖ ਨੂੰ ਚੰਗਾ ਨਹੀਂ ਕੀਤਾ ਹੈ। ਇਹ ਸੱਚ ਹੈ, ਅਸੀਂ ਇਸ ਦੀਨ ਮਨੁੱਖ ਨੂੰ ਚੰਗਾ ਨਹੀਂ ਕੀਤਾ, ਪਰ ਯਿਸੂ ਮਸੀਹੀ ਨਾਸਰੀ ਤੇ ਵਿਸ਼ਵਾਸ ਨਾਲ ਉਹ ਚੰਗਾ ਹੋਇਆ ਹੈ। ਯਿਸੂ ਮਸੀਹੀ ਦੇ ਵਿਸ਼ਵਾਸ ਨਾਲ। ਨਹੀਂ 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 ਨਹੀਂ, ਸਾਨੂੰ ਕੁਝ ਕਰਨਾ ਪਵੇਗਾ। चमत्कार है। ਤੁਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ? ਜਾਓ ਫੜੋ ਉਹਨੂੰ। ਤੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਕੀ ਕਰੀਏ? ਕੱਲ ਤੱਕ ਉਹਨੂੰ ਕੈਦਖਾਨੇ ਵਿੱਚ ਬੰਦ ਰੱਖੋ। ਮੈਂ ਚੱਲ ਸਕਦਾ ਹਾਂ। ਦੇਖੋ, ਮੈਂ ਚੰਗਾ ਹੋ ਗਿਆ। ਕਿਸ ਗੱਲ ਦੀ ਉਡੀਕ ਹੈ? ਛੇਤੀ ਕਰੋ, ਜਾਓ। ਪਰ ਕਿਉਂ? ਇਹ ਕੀ ਕਰ ਰਹੇ ਹੋ? ਇਹ ਚਮਤਕਾਰ ਹੈ। ਇਹਨਾਂ ਲੋਕਾਂ ਨੇ ਮੈਨੂੰ ਚੰਗਾ ਕਰਤਾ। ਦੇਖੋ, ਮੈਂ ਚੱਲ ਸਕਦਾ ਹਾਂ। ਮੈਂ ਚੱਲ ਸਕਦਾ ਹਾਂ। ਅੱਗੇ ਵਧਦੇ ਰਹੋ, ਚਲਦੇ ਜਾਓ। ਇੱਥੇ ਕਿਸੇ ਧੋਖੇ ਤੋਂ ਇਲਾਵਾ ਕੁਝ ਨਹੀਂ ਹੋਇਆ ਹੈ। ਅਸੀਂ ਇਸ ਦੀ ਤਹਿ ਤੱਕ ਜ਼ਰੂਰ ਜਾਵਾਂਗੇ। ਹੁਣ ਅੱਗੇ ਵਧੋ, ਛੇਤੀ ਕਰੋ। ਹੁਣ ਬਹੁਤ ਦੇਰ ਹੋ ਗਈ ਹੈ ਕਿਸੇ ਵੀ ਸਭਾ ਨੂੰ ਬੁਲਾਉਣ ਦੇ ਲਈ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਜਾਚਕ ਵੀ ਹਾਜ਼ਰ ਰਹੇ। ਅਸੀਂ ਕੱਲ ਮਿਲਦੇ ਹਾਂ। ਘੱਟੋ ਘੱਟ ਇਹ ਗ੍ਰਿਫਤਾਰੀ ਦੂਸਰਿਆਂ ਨੂੰ ਤੇ ਰੋਕੇਗੀ ਕਿ ਉਹ ਇਹਨਾਂ ਪਾਖੰਡੀਆਂ ਦੇ ਨਾਲ ਨਾ ਮਿਲ ਜਾਣ। ਯਾਕੂਬ, ਆਓ, ਤੈਨੂੰ ਇਹ ਦੇਖਣਾ ਚਾਹੀਦਾ ਹੈ। ਇਸ ਵੇਲੇ ਹੁਣੀ ਕੀ ਗੱਲ ਹੈ? ਇਹ ਕੀ ਹੈ? ਸਾਡੇ ਕੋਲ ਕੁਝ ਲੋਕ ਆਏ ਨੇ। ਹਾਂ, ਤੂੰ ਉਹਨਾਂ ਦੀ ਸੇਵਾ ਕਰ ਸਕਦਾ। ਅਸੀਂ ਯਿਸੂ ਨਾਸਰੀ ਦੇ ਬਾਰੇ ਸੁਣਿਆ ਹੈ ਅਤੇ ਉਸ ਦੇ ਨਾਮ ਵਿੱਚ ਕੀਤੇ ਚਮਤਕਾਰਾਂ ਨੂੰ ਵੇਖਿਆ ਹੈ।
ਇੱਥੇ ਹੋਰ ਵੀ ਜਾਣਕਾਰੀ ਲੈਣ ਤੇ ਤੁਹਾਡੇ ਸਾਥੀ ਬਣਨ ਲਈ ਆਏ ਹਾਂ। ਅਸੀਂ ਸਾਰੇ ਤਿਆਰ ਹਾਂ। ਸਾਨੂੰ ਪਤਰਸ ਨੂੰ ਲਿਆਣਾ ਪਵੇਗਾ ਤੇ ਉਹਨਾਂ ਸਭਾ ਨੂੰ ਫੜ ਕੇ ਲੈ ਗਏ ਹਨ। ਮੰਦਿਰ ਦੇ ਪਹਿਰੇਦਾਰ ਉਹ ਉਹਨਾਂ ਨੂੰ ਲੈ ਗਏ ਹਨ। चलो। ओ हाजिर ने याफा। किस अधिकार नाल तुसी यह करदे हो? ਤੁਹਾਡਾ ਮਤਲਬ ਇਹ किस अधिकार नाल दसो? ਤੁਸੀਂ ਸਾਨੂੰ ਫੜ ਕੇ ਇੱਥੇ ਲਿਆਏ ਤੁਹਾਨੂੰ ਹਿਸਾਬ ਦੇਣ ਦੇ ਲਈ ਉਸ ਭਲਾਈ ਦਾ ਜੋ ਇੱਕ ਲੰਗੜੇ ਦੇ ਨਾਲ ਕੀਤੀ ਗਈ। जो कदी लंगड़ा सी। ਫਿਰ ਤੋਂ ਜਾਣ ਲਓ ਕਿ ਯੀਸ਼ੂ ਮਸੀਹ ਨਾਸਰੀ ਦੇ ਨਾਂ ਤੇ ਚੰਗਾ ਹੋਇਆ ਹੈ, ਜਿਸ ਨੂੰ ਸਲੀਬ ਦੇ ਕੇ ਮਾਰਿਆ, ਪਰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾ ਲਿਆ, ਜਿਸ ਕਾਰਨ ਇਹ ਮਨੁੱਖ ਤੁਹਾਡੇ ਸਾਹਮਣੇ ਖੜਾ ਹੈ, ਤੰਦਰੁਸਤ। संपूर्ण पूरी तरह से तंदुरुस्त। बस हाँ? ਆਕਾਸ਼ ਦੇ ਹੇਠਾਂ ਹੋਰ ਕੋਈ ਨਾਮ ਨਹੀਂ ਹੈ ਜਿਸ ਦੇ ਦੁਆਰਾ ਸਾਡੀ ਮੁਕਤੀ ਹੋ ਸਕੇ। बहुत हो गया। ਹੁਣ ਸਾਨੂੰ ਕੀ ਕਰਨਾ ਚਾਹੀਦਾ? ਕਿ ਅਸੀਂ ਉਹਨਾਂ ਨੂੰ ਕੈਦਖਾਨੇ ਵਿੱਚ ਬੰਦ ਕਰਕੇ ਉਹਨਾਂ ਨੂੰ ਸਜ਼ਾ ਦਈਏ। ਜ਼ਰਾ ਉਸ ਨੂੰ ਦੇਖੋ। ਇਹ ਕੋਈ ਚਮਤਕਾਰ ਨਹੀਂ ਸੀ। ਸਭ ਜਾਣਦੇ ਹਨ ਉਹ ਕੌਣ ਹੈ। ਉਹ ਸਾਲਾਂ ਤੋਂ ਉੱਥੇ ਬੈਠਾ ਰਹਿੰਦਾ ਸੀ ਅਤੇ ਹੁਣ ਉਹ ਚੱਲਣ ਲੱਗ ਪਿਆ ਹੈ। ਇਸ ਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ? ਇਹ ਚਮਤਕਾਰ ਨਹੀਂ ਹੈ। ਤਾਂ ਫਿਰ ਕੀ ਹੈ? ਬਹੁਤ ਹੋ ਗਿਆ। ਉਹ ਸਾਹਮਣੇ ਚੰਗਾ ਭਲਾ ਖੜਾ ਹੈ। ਤੂੰ ਤੇ ਮੈਂ, ਅਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ। ਤਾਂ ਅਸੀਂ ਇਸ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੀਏ। ਸ਼ਾਇਦ ਹਾਂ, ਜੋ ਯੀਸ਼ੂ ਦੇ ਚੇਲੇ ਹਨ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਅਸੀਂ ਨਹੀਂ ਚਾਹੁੰਦੇ ਹਾਂ ਕਿ ਉਹ ਸਾਡੇ ਲਈ ਕੋਈ ਮੁਸੀਬਤ ਖੜੀ ਕਰ ਦੇਣ। ਮੇਰੀ ਸਲਾਹ ਹੈ ਉਹਨਾਂ ਨੂੰ ਚੇਤਾਵਨੀ ਇੱਕ ਦਿਓ। ਚੇਤਾਵਨੀ? ਤੁਸੀਂ ਚਾਹੁੰਦੇ ਹੋ ਕਿ ਅਸੀਂ ਇੱਕ ਚੇਤਾਵਨੀ ਦੇ ਕੇ ਉਹਨਾਂ ਨੂੰ ਛੱਡ ਦਈਏ? ਉਸ ਤੋਂ ਇਲਾਵਾ ਹੋਰ ਕੀ ਕਰ ਸਕਦੇ ਹਾਂ? ਤੁਹਾਨੂੰ ਰਿਹਾ ਕੀਤਾ ਜਾਂਦਾ ਹੈ। ਬਹੁਤ ਵਧੀਆ। ਪਰ ਯਾਦ ਰੱਖੋ, ਇਸ ਯੀਸ਼ੂ ਨਾਸਰੀ ਦੇ ਨਾਤੇ ਵਿੱਚ ਨਾ ਤੁਸੀਂ ਕੋਈ ਗੱਲ ਕਰੋਗੇ ਨਾ ਕੋਈ ਸਿੱਖਿਆ ਦੇਵੋਗੇ। ਸਮਝ ਆਇਆ? ਮੈਂ ਚੇਤਾਵਨੀ ਦੇ ਰਿਹਾ, ਸਾਡੀ ਪਰੀਖਿਆ ਨਾ ਲਵੋ। ਜੇਕਰ ਸਾਨੂੰ ਫੇਰ ਤੋਂ ਤੁਹਾਨੂੰ ਗ੍ਰਿਫਤਾਰ ਕਰਨਾ ਪਿਆ ਤਾਂ ਅਸੀਂ ਦਇਆ ਨਹੀਂ ਦਿਖਾਵਾਂਗੇ। ਸਾਡੀ ਨਜ਼ਰ ਵਿੱਚ ਤੁਹਾਡੇ ਤੇ ਕੋਈ ਕਿਰਪਾ ਨਹੀਂ ਹੋਵੇਗੀ। ਕੀ ਮੇਰੀ ਗੱਲ ਸਮਝ ਆ ਗਈ ਮਛੁਆਰੇ? ਸਮਝ ਗਿਆ। ਪਰ ਮੈਨੂੰ ਇਸ ਗੱਲ ਦਾ ਉੱਤਰ ਦਿਓ, ਪਰਮੇਸ਼ਵਰ ਦੀ ਨਜ਼ਰ ਵਿੱਚ ਸਹੀ ਕੀ ਹੋਵੇਗਾ? ਉਸ ਦੀ ਆਗਿਆ ਦਾ ਪਾਲਣ ਕਰਨਾ ਜਾਂ ਤੇਰੀ? ਤੁਸੀਂ ਹੀ ਨਿਆਂ ਕਰੋ, ਕਿਉਂਕਿ ਅਸੀਂ ਜੋ ਵੀ ਦੇਖਿਆ ਤੇ ਸੁਣਿਆ ਹੈ ਉਸ ਦੀ ਚਰਚਾ ਕੀਤੇ ਬਿਨਾਂ ਅਸੀਂ ਨਹੀਂ ਰਹਿ ਸਕਦੇ। ਸਾਨੂੰ ਸਮੇਂ ਦੀ ਉਡੀਕ ਕਰਨੀ ਪਵੇਗੀ। ਉਹ ਮੂਰਖ ਹੀ ਹੋਣਗੇ ਜੇ ਉਹ ਆਪਣਾ ਸੰਦੇਸ਼ ਅੱਗੇ ਲੈ ਕੇ ਗਏ। ਕੀ ਕਹਿੰਦੇ ਹੋ? ਨਿਕਲੋ, ਨਿਕਲੋ। ਪ੍ਰਭੂ, ਤੂੰ ਉਹਨਾਂ ਦੀਆਂ ਧਮਕੀਆਂ ਨੂੰ ਸੁਣਿਆ ਹੈ। ਉਹਨਾਂ ਦੀ ਚੇਤਾਵਨੀ ਹੈ ਕਿ ਅਸੀਂ ਤੇਰੇ ਨਾਂ ਦਾ ਪ੍ਰਚਾਰ ਨਾ ਕਰੀਏ ਜਾਂ ਫਿਰ ਇਸ ਦੇ ਨਤੀਜੇ ਭੁਗਤੀਏ। ਪ੍ਰਭੂ, ਸਾਡੀ ਮਦਦ ਕਰਕੇ ਅਸੀਂ ਤੇਰਾ ਵਚਨ ਦਿਲੇਰੀ ਨਾਲ ਸੁਣੀਏ।
ਤੇਰੇ ਹੱਥਾਂ ਨੂੰ ਅੱਗੇ ਵਧਾ ਚੰਗਾ ਕਰਨ ਦੇ ਲਈ, ਜਿਨ ਵਿਖਾ ਚਮਤਕਾਰਾਂ ਦੇ ਤੇ ਵੱਡੇ ਵੱਡੇ ਅਚਰਜ ਦੇ ਤੇਰੇ ਪੁੱਤਰ ਯੀਸ਼ੂ ਦੇ ਨਾਮ ਵਿੱਚ। हे ਪਿਤਾ, हाँ प्रभु, हाँ ਮਦਦ ਕਰੋ ਪ੍ਰਭੂ, ਮਦਦ ਕਰੋ ਪ੍ਰਭੂ, ਮਦਦ ਕਰੋ ਸਾਡੀ, ਮਦਦ ਕਰੋ। ਹੁਣ ਉਹਨਾਂ ਦੀ ਹਿੰਮਤ ਤਾਂ ਦੇਖੋ। ਸਾਡੇ ਹੀ ਮੰਦਿਰ ਦੇ ਅੰਦਰ, ਸਾਡੀ ਨੱਕ ਦੇ ਥੱਲੇ ਸੁਲੇਮਾਨ ਦੇ ਵਿਹੜੇ ਵਿੱਚ ਇਹ ਅਤੇ ਇਹਨਾਂ ਦੇ ਵੱਧੇ ਹੋਏ ਚੇਲੇ ਲੋਕੀ ਰੋਗੀਆਂ ਨੂੰ ਲਿਆ ਕੇ ਸੜਕਾਂ ਤੇ ਹੀ ਚਟਾਈ ਤੇ ਲਿਟਾ ਦਿੰਦੇ ਹਨ। ਚਟਾਈ ਤੇ ਸੜਕਾਂ ਦੇ ਕਿਨਾਰੇ ਕਿਉਂ? ਉਹਨਾਂ ਦੇ ਉਦੇਸ਼ ਨੂੰ ਸੁਣਨ ਦੇ ਲਈ? ਉਸ ਤੋਂ ਵੀ ਬੁਰਾ ਇਸ ਆਸ ਵਿੱਚ ਕਿ ਉਹ ਜੋ ਮਛਿਆਰਾ ਹੈ ਪਤਰਸ, ਕਿ ਜਦੋਂ ਉਹ ਉੱਥੋਂ ਲੰਘੇਗਾ ਤਾਂ ਉਸ ਦਾ ਪਰਛਾਵਾਂ ਉਹਨਾਂ ਨੂੰ ਚੰਗਾ ਕਰ ਦੇਵੇਗਾ। ਪਾਗਲ ਕਿੱਥੇ ਦੇ? ਮੈਨੂੰ ਸਮਝ ਨਹੀਂ ਆ ਰਿਹਾ। ਬਸ ਕਰੋ। ਕੀ ਉਹ ਉੱਥੇ ਤੱਕ ਚਲੇ ਗਏ ਨੇ? ਪਾਗਲ ਕਿੱਥੇ ਦੇ? ਇਸ ਲਾਲਚ ਵਿੱਚ ਕਿ ਉਸ ਦਾ ਪਰਛਾਵਾ ਉਹਨਾਂ ਤੇ ਪਵੇ। ਸਮਝ ਨਹੀਂ ਆ ਰਿਹਾ, ਪਤਾ ਨਹੀਂ ਕੀ ਚਾਹੁੰਦੇ ਨੇ ਉਹ ਲੋਕੀ। ਇਹ ਝੂਠ ਹੈ। ਹਾਂ, ਮੈਂ ਇਹ ਵਿਸ਼ਵਾਸ ਸਮਝ ਨਹੀਂ ਨਹੀਂ ਕਹਿ ਆ ਰਿਹਾ ਰਹੀ। ਤੂੰ ਤੇ ਹਾਂ ਅਬ ਕੀ ਹੁੰਦਾ ਹੈ ਜਦੋਂ ਉਹ ਲੰਘਦਾ ਹੈ? ਲੋਕੀ ਚੰਗੇ ਹੁੰਦੇ ਹਨ। ਕੀ ਕਹਿ ਰਿਹਾ ਹੈ ਪਤਾ ਨਹੀਂ, ਸਮਝ ਨਹੀਂ ਆ ਰਿਹਾ। ਪਤਾ ਹੈ ਇਹ ਬੇਹੂਦਾ ਹੈ, ਪਰ ਗੱਲ ਇਹ ਹੈ ਕਿ ਰੋਗੀ ਚੰਗੇ ਹੁੰਦੇ ਹਨ, ਭੂਤ ਨਿਕਲ ਜਾਂਦੇ ਹਨ। ਸੂਚੀ ਲੰਬੀ ਹੈ। ਬਸ, ਮੈਂ ਬਹੁਤ ਸੁਣ ਵੀ ਲਿਆ ਤੇ ਮੈਂ ਬਹੁਤ ਸਹਿ ਵੀ ਲਿਆ। ਸੁਣਿਆ? ਉਹ ਸਹੀ ਹੈ। ਹੁਣ ਸਮਾਂ ਆ ਗਿਆ ਕਿ ਇਸ ਬਕਵਾਸ ਦਾ ਅੰਤ ਕਰੀਏ। ਹੁਣ ਇਧਰ ਜਾਂ ਉਧਰ। ਪਰਮੇਸ਼ਰ ਨੇ ਸਾਡੇ ਨਾਲ ਇੰਨਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਯੀਸ਼ੂ ਨਾਸਰੀ ਦੇ ਦਿੱਤਾ ਸਾਨੂੰ ਬਚਾਉਣ ਲਈ, ਕਿ ਜਦੋਂ ਅਸੀਂ ਉਸ ਤੇ ਵਿਸ਼ਵਾਸ ਕਰੀਏ ਤਦ ਉਹ ਸਾਨੂੰ ਬਚਾ ਸਕੇ। ਇਹ ਚੀਜ਼ਾਂ ਜ਼ਰੂਰਤਮੰਦ ਲੋਕਾਂ ਦੇ ਲਈ ਇੱਕ ਵੱਡੀ ਬਰਕਤ ਹੋਣਗੀਆਂ। ਕੀ ਇਹ ਅਦਭੁਤ ਨਹੀਂ ਕਿ ਅਸੀਂ ਇਹ ਲੈ ਆਏ ਹਾਂ? ਸਾਡੇ ਨਾਲ ਆਓ। ਅਸੀਂ ਕੁਝ ਵੀ ਨਹੀਂ ਕੀਤਾ ਹੈ। ਅਸੀਂ ਗਰੀਬਾਂ ਦੇ ਲਈ ਭੋਜਨ ਲੈ ਕੇ ਜਾ ਰਹੇ ਹਾਂ। ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਅਸੀਂ ਕੀ ਕੀਤਾ ਹੈ? ਇਹ ਕੀ ਹੋ ਰਿਹਾ ਹੈ? ਸਾਡਾ ਜੁਰਮ ਕੀ ਹੈ? ਇਹ ਲੋਕੀ ਕੌਣ ਹੈ? ਉਹਨਾਂ ਨੂੰ ਕੈਦਖਾਨੇ ਵਿੱਚ ਬੰਦ ਕੀਤਾ ਜਾਵੇ, ਉਹ ਵੀ ਲੋਕਾਂ ਦੀ ਨਜ਼ਰ ਤੋਂ ਦੂਰ, ਜਦੋਂ ਤੱਕ ਅੱਗੇ ਦਾ ਫੈਸਲਾ ਨਹੀਂ ਲੈ ਲੈਂਦੇ। ਮੈਨੂੰ ਬਾਹਰ ਕੱਢੋ, ਮੈਨੂੰ ਬਾਹਰ ਕੱਢੋ ਇੱਥੋਂ। ਚੁੱਪ ਰਹੋ, ਚੁੱਪ। ਜਿਵੇਂ ਉਸਨੇ ਕਿਹਾ ਸੀ ਉਸੇ ਤਰ੍ਹਾਂ ਨਾ, ਯੀਸ਼ੂ ਨੇ ਕਿਹਾ ਸੀ ਕਿ ਸਾਡੇ ਵਿੱਚੋਂ ਜੋ ਆਪਣਾ ਘਰ ਪਰਿਵਾਰ ਅਤੇ ਮਿੱਤਰਾਂ ਨੂੰ ਛੱਡ ਕੇ ਉਸ ਦੇ ਪਿੱਛੇ ਚਲੇਗਾ ਤੇ ਉਸ ਨੂੰ ਮਿਲੇਗਾ, ਉਸ ਨੂੰ ਉਸ ਦਾ 100 ਗੁਣਾ ਵੱਧ ਕੇ ਮਿਲੇਗਾ ਤੇ ਸਤਾਵ ਦੇ ਨਾਲ। ਇਸ ਤਰ੍ਹਾਂ ਹੀ ਹੈ ਜਿਵੇਂ ਉਹਨੇ ਕਿਹਾ ਸੀ। ਦੇਖੋ ਸਾਡੀ ਛੋਟੀ ਜੀ ਮੰਡਲੀ ਕਿੰਨੀ ਵੱਧ ਗਈ ਹੈ। ਹੁਣ ਕਿੰਨੇ ਲੋਕ ਯੀਸ਼ੂ ਦੇ ਪਿੱਛੇ ਚੱਲਣ ਲੱਗੇ ਅਤੇ ਕਿੰਨੀ ਵਾਰ ਅਸੀਂ ਇੱਥੇ ਪਹੁੰਚਦੇ ਹਾਂ। ਤੁਹਾਨੂੰ ਆਪਣੇ ਨਾਮ ਬੂਹੇ ਉੱਤੇ ਲਿਖ ਦੇਣੇ ਚਾਹੀਦੇ ਹਨ। ਪਤਰਸ ਤੇ ਯੋਹਾਨਾ ਦੀ ਕੋਠਰੀ। ਘੱਟੋ ਘੱਟ ਕੰਬਲ ਤੇ ਕੋਨੇ ਵਿੱਚ ਰੱਖ ਦੋ। ਮੈਂ ਗੰਭੀਰ ਹਾਂ, ਇੱਥੇ ਠੰਡ ਵੱਧ ਰਹੀ ਹੈ। ਕੰਨਾਂ ਨੂੰ ਛੂ ਕੇ ਵੇਖੋ। ਉਹ ਇਹ ਕਿਵੇਂ ਸੋਚ ਸਕਦੇ ਹਨ ਕਿ ਉਹ ਉਸ ਕੰਮ ਨੂੰ ਰੋਕ ਦੇਣਗੇ ਜੋ ਪਰਮੇਸ਼ਰ ਕਰ ਰਿਹਾ ਹੈ? ਸਿਪਾਹੀ ਹੈ, ਤਾਲੇ ਨੂੰ ਜਾਂਚ ਰਿਹਾ ਹੈ। 2 ਬੂਹੇ, ਸ਼ਾਇਦ ਅਸੀਂ ਬੜੇ ਖਤਰਨਾਕ ਹਾਂ। ਪ੍ਰਾਰਥਨਾ ਕਰਦੇ ਹਾਂ। हे ਪ੍ਰਭੂ, ਧੰਨਵਾਦ ਸਮੇਂ ਤੋਂ ਪਹਿਲਾਂ ਸਾਨੂੰ ਤਿਆਰ ਕਰਨ ਦੇ ਲਈ। ਅਸੀਂ ਤੇਰੇ ਵਚਨ ਨੂੰ ਪੂਰਾ ਹੁੰਦੇ ਦੇਖ ਰਹੇ ਹਾਂ। ਕੈਦਖਾਨੇ ਵਿੱਚ ਆ ਕੇ ਅਸੀਂ ਤੇਰੇ ਤੇ ਇਹ ਜਾਣ ਕੇ ਵਿਸ਼ਵਾਸ ਕਰਦੇ ਹਾਂ ਕਿ ਤੇਰੇ ਲਈ ਕੁਝ ਵੀ ਅਸੰਭਵ ਨਹੀਂ ਆ। ਹਾਂ, ਤੁਸੀਂ ਤਰੋ ਤਾਜ਼ਾ ਦਿਖ ਰਹੇ ਹੋ। ਮੈਂ ਚੰਗੀ ਤਰ੍ਹਾਂ ਸੁੱਤਾ ਸੀ।
ਇਹ ਜਾਣਦੇ ਹੋਏ ਕਿ ਯਸ਼ੂ ਦੇ ਚੇਲੇ ਬੰਦ ਹਨ। ਬਿਲਕੁਲ। ਸ਼ਾਇਦ ਹੁਣ ਆਮ ਜ਼ਿੰਦਗੀ ਵੱਲ ਵਾਪਸ ਜਾ ਸਕੀਏ ਅਸੀਂ। ਉਸ ਝੂਠੇ ਅਯਾਲੀ ਤੋਂ ਪਿੱਛਾ ਛਡਾ ਲਿਆ। ਹੁਣ ਸਮਾਂ ਆਇਆ ਉਹਦੀਆਂ ਪੇੜਾਂ ਦੇ ਨਾਲ ਨੀਚੇ ਠੰਡਾ। ਪ੍ਰਧਾਨ ਜਾਚਕ, ਸ਼ੁਭ ਸਵੇਰਾ ਸ਼੍ਰੀਮਾਨ ਕੀਆਫਾ। ਕੀ ਮੈਂ ਜਾਣ ਸਕਦਾ ਕਿ ਅੱਜ ਦਾ ਪਹਿਲਾ ਹੁਕਮ ਕੀ ਹੈ? ਜੀ ਠੀਕ ਹੈ, ਸੂਚੀ ਵਿੱਚ ਸਭ ਤੋਂ ਮੈਂ ਉੱਪਰ। ਪਹਿਲਾਂ ਤੋਂ ਹੁਕਮ ਦੇ ਚੁੱਕਿਆ ਕਿ ਉਹਨਾਂ ਢੀਠਾਂ ਨੂੰ ਲਿਆਂਦਾ ਜਾਵੇ। ਅਤੇ ਮੇਰੀ ਆਸ ਹੈ ਭਾਈਓ ਕਿ ਅਸੀਂ ਕੋਈ ਨਿਰਾਲੀ ਚਾਲ ਚਲੀਏ ਤਾਂ ਕਿ ਇਸ ਮੁਸ਼ਕਿਲ ਤੋਂ ਨਜਾਤ ਪਾਈਏ, ਇਸ ਨੂੰ ਦਬਾ ਦੇਈਏ। ਬਿਲਕੁਲ ਸਹੀ। ਮੇਰੇ ਖਿਆਲਾਂ ਉਹਨਾਂ ਨੂੰ ਹਮੇਸ਼ਾ ਲਈ ਕਿਤੇ ਦਬਾ ਦੇਣਾ ਚਾਹੀਦਾ ਹੈ। ਮੇਰੇ ਖਿਆਲ ਹਾਲੋ ਵੀ ਆ ਗਏ। ਉਹ ਕੈਦੀ ਆਪਣੇ ਕੈਦਖਾਨੇ ਵਿੱਚੋਂ ਭੱਜ ਗਏ। ਸਮਝ ਨਹੀਂ ਆ ਰਿਹਾ ਕਿਵੇਂ। ਮੈਂ ਤੁਹਾਨੂੰ ਹੁਣ ਕੀ ਦੱਸਾਂ। ਹਾਂ, ਕੀ ਕਿਹਾ? ਇਹ ਕੀ ਹੈ? ਉਹਨਾਂ ਨੇ ਕੀਤਾ ਕੀ ਹੈ? ਜਿਵੇਂ ਮੈਂ ਕਿਹਾ ਸੀ, ਅਸੀਂ ਕੈਦਖਾਨੇ ਦੇ ਬੂਹੇ ਬੰਦ ਪਾਏ। ਅਸੀਂ ਆਪਣੀ ਜਗ੍ਹਾ ਤੋਂ ਹਿੱਲੇ ਵੀ ਨਹੀਂ। ਇੱਕ ਵਾਰ ਵੀ ਨਹੀਂ, ਪੂਰੀ ਰਾਤ ਤੱਕ। ਸਿਪਾਹੀ ਆਪਣੀ ਆਪਣੀ ਜਗ੍ਹਾ ਤੇ ਸਨ, ਉਹਨਾਂ ਦੇ ਬੂਹੇ ਦੇ ਬਾਹਰ। ਪਰ ਜਦੋਂ ਅਸੀਂ ਕੈਦਖਾਨੇ ਨੂੰ ਖੋਲਿਆ, ਖਾਲੀ। ਇਹ ਤਾਂ ਬਿਲਕੁਲ ਹੀ ਅਸੰਭਵ ਆ। ਮੇਰੇ ਪ੍ਰਭੂ, ਮੈਂ ਕੀ ਕਹਿ ਸਕਦਾ? ਅਸੀਂ ਪੂਰੀ ਰਾਤ ਆਪਣੀ ਜਗ੍ਹਾ ਤੋਂ ਹਿੱਲੇ ਵੀ ਨਹੀਂ। ਤੁਸੀਂ ਝੂਠ ਬੋਲ ਰਹੇ ਹੋ। ਤੁਸੀਂ ਉਹਨਾਂ ਨੂੰ ਭੱਜਣ 'ਚ ਮਦਦ ਕੀਤੀ ਆ। ਤੁਸੀਂ ਕੀ ਕੀਤਾ? ਨਸ਼ਾ ਕੀਤਾ ਨਹੀਂ, ਸੀ? ਬਿਲਕੁਲ ਵੀ ਨਹੀਂ। ਅਸੀਂ ਕੰਮ ਕਰ ਰਹੇ ਸੀ। ਅਸੀਂ ਆਪਣਾ ਕੰਮ ਕਰ ਰਹੇ ਸੀ। ਤੇ ਤੁਹਾਡਾ ਕੀ ਕਹਿਣਾ ਹੈ ਕਿ ਕੈਦੀ ਅਚਾਨਕ ਗਾਇਬ ਹੋ ਗਏ? ਮੇਰੇ ਪ੍ਰਭੂ, ਕੀ ਗੱਲ ਹੈ? ਜਿਹੜੇ ਕੈਦੀ ਕੈਦਖਾਨੇ ਵਿੱਚ ਸੀ, ਅਸੀਂ ਉਹਨਾਂ ਨੂੰ ਲੱਭ ਲਿਆ ਹੈ। ਕਿੱਥੇ? ਬੇਸ਼ੱਕ ਨਗਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਨਹੀਂ ਸਾਹਿਬ, ਆਕੇ ਦੇਖ ਲਓ। ਪਰਮੇਸ਼ਰ ਜਾਣਦਾ ਹੈ ਕਿ ਅਸੀਂ ਸੰਪੂਰਨ ਨਹੀਂ ਹੋ ਸਕਦੇ। ਇਸ ਲਈ ਉਸ ਦੇ ਪੁੱਤਰ ਯੀਸ਼ੂ ਮਸੀਹ ਦੇ ਦੁਆਰਾ ਅਸੀਂ ਇਸ ਆਨੰਦ ਨੂੰ ਤੁਹਾਡੇ ਨਾਲ ਵੰਡਣ ਤੋਂ ਨਹੀਂ ਰੁਕ ਸਕਦੇ। ਭਾਵੇਂ ਸਾਡੇ ਨਾਲ ਕੁਝ ਵੀ ਹੋ ਜਾਵੇ, ਪਰਮੇਸ਼ਰ ਜੋ ਮਹਾਨ ਕੰਮ ਕਰ ਰਿਹਾ ਹੈ ਉਹ ਅਸੀਂ ਆਪਣੇ ਤੱਕ ਨਹੀਂ ਰੱਖ ਸਕਦੇ। ਤੁਸੀਂ ਚਮਤਕਾਰ ਨੂੰ ਦੇਖਿਆ ਹੈ ਜੋ ਯਸ਼ੂ ਦੇ ਕੀ ਨਾਮ ਮੈਂ ਦੇ ਫੇਰ ਨਾਲ ਤੋਂ ਉਹਨਾਂ ਹੋਈਆਂ। ਨੂੰ ਫੜ ਲਵਾਂ? ਬੇਸ਼ੱਕ ਇਹ ਮੂਰਖ, ਬੇਸ਼ੱਕ ਉਹਨਾਂ ਨੂੰ ਗ੍ਰਿਫਤਾਰ ਕਰੋ। ਉਹ ਸਾਡੀ ਕੈਦ ਤੋਂ ਭੱਜੇ ਹੋਏ ਕੈਦੀ ਨੇ। ਪੁਰਾਣੀ ਸਿੱਖਿਆ ਕਹਿੰਦੀ ਸੀ ਅਸੀਂ ਚੰਗੇ ਬਣਨਾ ਹੈ। ਪਰਮੇਸ਼ਵਰ ਜਾਣਦਾ ਹੈ ਕਿ ਅਸੀਂ ਨਹੀਂ ਬਣ ਸਕਦੇ। ਉਸ ਨੇ ਉਮੀਦ ਨਹੀਂ ਕੀਤੀ ਕਿ ਅਸੀਂ ਸੰਪੂਰਨ ਬਣੀਏ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਆਓ, ਆਰਾਮ ਨਾਲ, ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ, ਨਹੀਂ ਤੇ ਭੀੜ ਸਾਡਾ ਕੰਮ ਕਰ ਦੇਗੀ। ਤੁਸੀਂ ਯੀਸ਼ੂ ਦੇ ਨਾਮ ਵਿੱਚ ਹੋਏ ਚਮਤਕਾਰ ਵੇਖੇ ਹਨ। ਤੁਹਾਡੇ ਸ਼ਾਇਦ ਮਿੱਤਰ ਹੋਣਗੇ, ਰਿਸ਼ਤੇਦਾਰ ਹੋਣਗੇ। ਗਲਤ ਗੱਲ ਹੈ। ਇਹ ਬਹੁਤ ਗਲਤ ਹੈ। ਉਹ ਹੈ ਕੀ ਕਰ ਰਹੇ ਸਾਡੇ ਨੇ? ਪਾਗਲ ਇਹਨਾਂ ਨੂੰ ਕਰ ਕਿਉਂ ਰਹੇ ਫੜ ਕੇ ਲੈ ਨੇ? ਜਾ ਰਹੇ ਨੇ? ਇਹਨਾਂ ਨੇ ਕੀ ਕੀਤਾ? ਇਹ ਤਾਂ ਸਰਾਸਰ ਨਾ ਇਨਸਾਨ ਇਹਨਾਂ ਦੀ ਕਸੂਰ ਕੀ ਹੈ? ਛੱਡੋ ਇਹਨਾਂ ਨੂੰ। ਦੋਸ਼ ਨੇ ਇਹਦੇ ਇਹਨਾਂ ਦੇ ਗੱਲ ਅਨਿਆਏ। ਮੈਂ ਨਹੀਂ ਸੁਣਨਾ ਤੁਸੀਂ ਕਿਵੇਂ ਬਾਹਰ ਨਿਕਲੇ। ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ, ਤਦ ਵੀ ਤੁਸੀਂ ਸਾਡੇ ਹੁਕਮਾਂ ਦੇ ਵਿਰੁੱਧ ਕਰੀ ਜਾ ਰਹੇ ਹੋ। ਤੁਸੀਂ ਜਰੂਸਲਮ ਨੂੰ ਝੂਠ ਨਾਲ ਭਰ ਦਿੱਤਾ ਹੈ ਇਹ ਉਪਦੇਸ਼ ਦੇ ਕੇ ਕਿ ਯੀਸ਼ੂ ਨਾਸਰੀ ਇੱਕ ਮਸੀਹਾ ਹੈ। ਅਤੇ ਜੇ ਇੰਨਾ ਕਾਫੀ ਨਹੀਂ ਸੀ, ਉਸ ਦੀ ਮੌਤ ਦਾ ਦੋਸ਼ ਸਾਡੇ ਤੇ ਲਾ ਰਹੇ ਹੋ। ਕੀ ਅਸੀਂ ਸਪਸ਼ਟ ਨਹੀਂ ਸੀ ਜਦੋਂ ਅਸੀਂ ਤੁਹਾਨੂੰ ਸਖਤੀ ਨਾਲ ਆਗਿਆ ਦਿੱਤੀ ਸੀ? ਤੁਸੀਂ ਇਸ ਮਨੁੱਖ ਦਾ ਨਾਮ ਨਾ ਲੈਣਾ। ਸਾਡੀ ਆਗਿਆ ਵਿੱਚ ਇਹੋ ਜਿਹੀ ਕੀ ਸੀ ਜੋ ਤੁਹਾਨੂੰ ਸਮਝ ਨਹੀਂ ਆਇਆ? ਕੁਝ ਵੀ ਨਹੀਂ। ਤਾਂ ਫਿਰ ਦਿੱਕਤ ਕਿਸ ਗੱਲ ਦੀ ਹੈ? ਅਸੀਂ ਕਿਸ ਦੀ ਆਗਿਆ ਦਾ ਪਾਲਣ ਕਰੀਏ? ਕੀ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਸਾਨੂੰ ਆਖਦੇ ਹੋ ਨਹੀਂ, ਆਗਿਆ ਦਿੰਦੇ ਹੋ ਯੀਸ਼ੂ ਦੇ ਨਾਂ ਤੇ ਪ੍ਰਚਾਰ ਨਾ ਵੀ ਕਰੋ, ਤਦ ਵੀ ਪਰਮੇਸ਼ਰ ਇਹ ਕਰਨ ਦੀ ਪ੍ਰੇਰਣਾ ਦਿੰਦਾ ਹੈ। ਤਾਂ ਮੈਂ ਤੇਰੇ ਕੋਲੋਂ ਇਹ ਪੁੱਛਦਾ ਹਾਂ, ਅਸੀਂ ਕਿਸ ਦੀ ਮੰਨੀਏ, ਤੇਰੀ ਜਾਂ ਪਰਮੇਸ਼ਰ ਦੀ? ਤੁਸੀਂ ਆਪਣੇ ਨੂੰ ਕੀ ਸਮਝਦੇ ਹੋ? ਇਹਨਾਂ ਮਨੁੱਖਾਂ ਨੂੰ ਹਮੇਸ਼ਾ ਲਈ ਕੈਦਖਾਨੇ ਵਿੱਚ ਤੁਸੀਂ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਅਤੇ ਉਸ ਦੇ ਪ੍ਰਧਾਨ ਜਾਚਕ ਦੀ ਨਿੰਦਾ ਕਰ ਰਹੇ ਹੋ। ਸਾਡੇ ਪਿਓ ਦਾਦਿਆਂ ਦਾ ਪਰਮੇਸ਼ਰ, ਸਾਡੇ ਪਿਓ ਦਾਦਿਆਂ ਦਾ ਪਰਮੇਸ਼ਰ ਉਹੀ ਹੈ ਜਿਸ ਨੇ ਯੀਸ਼ੂ ਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਹੈ। ਯੀਸ਼ੂ ਜਿਸ ਦਾ ਤੁਸੀਂ ਕਤਲ ਕੀਤਾ ਹੈ। ਕਤਲ?
ਸਾਡੇ ਤੇ ਇਲਜ਼ਾਮ ਲਾ ਰਹੇ ਨੇ। ਤੁਸੀਂ ਆਖਿਆ ਸੀ ਕਿ ਇਸ ਨੂੰ ਸਲੀਬ ਚੜਾਇਆ ਜਾਵੇ ਤੇ ਉਸ ਨੂੰ ਕਿੱਲਾਂ ਦੇ ਨਾਲ ਸਲੀਬ ਤੇ ਟੰਗ ਦਿੱਤਾ ਗਿਆ ਪਰ ਪਰਮੇਸ਼ਵਰ ਨੇ ਉਸ ਨੂੰ ਆਪਣੇ ਸੱਜੇ ਹੱਥ ਬਿਠਾ ਲਿਆ ਹੈ। ਸੱਚਮੁੱਚ ਕਿਹਾ ਤੁਹਾਨੂੰ ਸਮੱਸਿਆਵਾਂ ਪੈਦਾ ਅਸੀਂ ਇਹਨਾਂ ਨੂੰ ਹੋਰ ਕਿੰਨਾ ਕਰੇਗਾ ਬਰਦਾਸ਼ਤ ਕਰਾਂਗੇ। ਕਿ ਰਾਜਾ ਤੇ ਪ੍ਰਭੂ ਬਣੇ ਇਜ਼ਰਾਈਲ ਨੂੰ ਪਛਤਾਪ ਤੇ ਪਾਪਾਂ ਦੀ ਮਾਫੀ ਦੇਵੇ। ਅਨਪੜ੍ਹ ਬਰਬੋਲੇ, ਅਸੀਂ ਉਸ ਦੇ ਗਵਾਹ ਹਾਂ ਤੇ ਪਵਿੱਤਰ ਆਤਮਾ ਵੀ ਜਾਂ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਜੋ ਉਸ ਦੀ ਆਗਿਆ ਦਾ ਉਹ ਕਾਨੂੰਨ ਜਾਣਦੇ ਨੇ, ਕਰਦੇ ਉਹਨਾਂ ਨੂੰ ਪਤਾ ਹੈ ਉਹ ਕੀ ਕਰ ਰਹੇ ਨੇ। ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਇੱਥੋਂ ਬਾਹਰ ਕੱਢੋ। ਰਾਜਾ ਦੀ ਆਗਿਆ ਸੁਣੀ। ਕਿਸੇ ਨੂੰ ਵੀ ਛੱਡਣਾ ਨਹੀਂ। ਇਹਨਾਂ ਨੂੰ ਚੁੱਪ ਕਰਾਓ, ਇਹ ਬਹੁਤ ਜ਼ਿਆਦਾ ਹੋ ਰਿਹਾ ਹੈ। ਛੱਡਣਾ ਨਹੀਂ। ਮੈਂ ਕਹਿੰਦਾ ਪੱਥਰ ਮਾਰੋ ਇਹਨਾਂ ਨੂੰ। ਇਸ ਲਈ ਜੇ ਅਸੀਂ ਲੋਕੀ ਇਸ ਦਾ ਕੋਈ ਇਲਾਜ ਨਹੀਂ ਕਰਾਂਗੇ ਤੇ ਇਹ ਪਾਗਲਪੰਤੀ ਕਦੇ ਖਤਮ ਨਹੀਂ ਹੋਏਗੀ। ਮੈਂ ਇਹ ਸਮੱਸਿਆ ਨੂੰ ਜਾਣਦਾ ਹਾਂ। ਬੈਠ ਜਾਓ ਸਭ ਦੇ ਸਭ, ਸ਼ਾਂਤ ਹੋ ਜਾਓ। ਇਹਨਾਂ ਨੂੰ ਇਹਦਾ ਨਹੀਂ ਛੱਡ ਸਕਦੇ। ਸਾਨੂੰ ਵਿਚਾਰ ਕਰਨਾ ਪਵੇਗਾ। ਹੋਰ ਦੇਣਾ ਚਾਹੀਦਾ ਇਹਨਾਂ ਨੂੰ। ਅਸੀਂ ਕਿਉਂ ਰੁਕੇ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਇਹਨਾਂ ਨੂੰ ਬਾਹਰ ਨਾ ਸਮਝ ਅਸੀਂ ਇਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਬਸ ਸ਼ਾਂਤ ਹੋ ਜਾਓ। ਤੁਸੀਂ ਲੋਕੀ ਸੁਣ ਤਾਂ ਲਓ ਗਮਲੀਏਲ ਕੀ ਕਹਿਣਾ ਚਾਹੁੰਦਾ ਹੈ। ਉਸ ਨੂੰ ਬੋਲਣ ਦਿਓ। ਕਮਾਲ ਕਰ ਇਹ ਸੁਣਨ ਵਾਲੀ ਕੀ ਗੱਲ ਹੈ? ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਹਨਾਂ ਨੂੰ ਸ਼ਾਂਤੀ। ਅਸੀਂ ਇਸ ਦਾ ਹੱਲ ਕੱਢਦੇ ਹਾਂ ਸ਼ਾਂਤੀ ਨਾਲ। ਗਮਲੀਏਲ, ਮੇਰੇ ਭਾਈਓ, ਇਹਨਾਂ ਮਨੁੱਖਾਂ ਦੇ ਨਾਲ ਅਸੀਂ ਜੋ ਕਰਨਾ ਚਾਹੁੰਦੇ ਹਾਂ ਉਸ ਵਿੱਚ ਥੋੜਾ ਸਚੇਤ ਰਹੋ। ਸਚੇਤ? ਇਹ ਮਨੁੱਖ ਮੈਂ ਕਿਹਾ ਗਮਲੀਏਲ ਨੂੰ ਬੋਲਣ ਦਿਓ। ਚੁੱਪ ਰਹੋ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਥਿਊਦਾਸ ਨਾਮ ਦਾ ਇੱਕ ਮਨੁੱਖ ਖੜਾ ਹੋਇਆ ਆਪਣੇ ਆਪ ਨੂੰ ਕੁਝ ਵਿਸ਼ੇਸ਼ ਕਹਿ ਕੇ ਅਤੇ ਛੇਤੀ ਸਾਡੀ ਚਿੰਤਾ ਦੇ ਚਲਦੇ 400 ਤੋਂ ਜ਼ਿਆਦਾ ਲੋਕੀ ਉਸ ਦੇ ਨਾਲ ਹੋ ਗਏ। ਫਿਰ ਕੀ ਹੋਇਆ? ਉਸ ਮਨੁੱਖ ਦੀ ਹੱਤਿਆ ਹੋ ਗਈ ਅਤੇ ਉਸ ਦੇ ਚੇਲੇ ਤਿੱਤਰ ਬਿੱਤਰ ਹੋ ਗਏ। ਉਸ ਦਾ ਕੁਝ ਨਹੀਂ ਰਿਹਾ। ਕੁਝ ਨਾ ਰਿਹਾ। ਉਸ ਦੇ ਬਾਅਦ ਯਹੂਦਾ ਗਲੀਲੀ ਉੱਠਿਆ ਅਤੇ ਤੁਹਾਨੂੰ ਯਾਦ ਹੋਵੇਗਾ ਕੁਝ ਲੋਕ ਆਪਣੇ ਵੱਲ ਕਰ ਲਏ। ਹਾਂ ਮੈਨੂੰ ਯਾਦ ਹੈ। ਤਾਂ ਉਸ ਮਨੁੱਖ ਦਾ ਕੀ ਹੋਇਆ? ਨਾਸ ਹੋ ਗਿਆ ਅਤੇ ਨਾਲ ਉਸ ਦੇ ਸਾਥੀ ਵੀ। ਮੁੱਦੇ ਦੀ ਗੱਲ ਕਰੋ। ਹੁਣ ਮੈਂ ਤੁਹਾਨੂੰ ਕਹਾਂਗਾ ਮੇਰੇ ਭਾਈਓ, ਮੇਰੇ ਗੈਰਤਮੰਦ ਅਜ਼ੀਜ਼ ਭਾਈਓ, ਇਹਨਾਂ ਮਨੁੱਖਾਂ ਨੂੰ ਕੱਲਾ ਛੱਡ ਦਿਓ। ਛੱਡ ਦਈਏ? ਕੱਲਾ? ਇਹ ਕੀ ਬੋਲ ਰਿਹਾ ਬਕਵਾਸ ਹੈ। ਪਤਾ ਨਹੀਂ। ਜੇਕਰ ਉਹਨਾਂ ਦਾ ਕੰਮ ਮਨੁੱਖਾਂ ਦੇ ਵੱਲੋਂ ਹੋਵੇ ਤਾਂ ਉਹ ਆਪਣੇ ਆਪ ਮਿਟ ਜਾਵੇਗਾ। ਪਰ ਬਕਵਾਸ ਕਰੀ ਜਾ ਰਿਹਾ ਹੈ। ਮੇਰੀ ਗੱਲ ਧਿਆਨ ਨਾਲ ਸੁਣੋ। ਪਰ ਜੇਕਰ ਪਰਮੇਸ਼ਰ ਦੇ ਵੱਲੋਂ ਹੈ, ਮੈਂ ਦੱਸ ਦੇਵਾਂ, ਅਸੀਂ ਉਸ ਦੇ ਸਾਹਮਣੇ ਕਦੇ ਖੜੇ ਨਹੀਂ ਹੋ ਪਾਵਾਂਗੇ। ਕਿਤੇ ਐਦਾਂ ਨਾ ਹੋਵੇ ਕਿ ਅਸੀਂ ਪਰਮੇਸ਼ਵਰ ਦੇ ਵਿਰੁੱਧ ਲੜਨ ਵਾਲੇ ਠਹਿਰੀਏ। ਪਰਮੇਸ਼ਵਰ ਦੇ ਵਿਰੁੱਧ? ਇਹ ਗਮਲੀਏਲ ਨੂੰ ਕੀ ਹੋਇਆ ਜਾ ਰਿਹਾ ਹੈ? ਮੈਂ ਮੰਨਦਾ ਹਾਂ ਸਾਡਾ ਭਾਈ ਠੀਕ ਹੀ ਕਹਿ ਰਿਹਾ ਹੈ। ਇਹ ਬਿਲਕੁਲ ਊਟ ਪਟਾਂਗ ਹੈ। ਪਤਾ ਨਹੀਂ ਕੀ ਕਹਿ ਰਿਹਾ ਹੈ। ਇਹ ਮਾਮਲਾ ਖਤਮ ਕਰ ਦੇਣਾ ਚਾਹੀਦਾ। ਤੁਸੀਂ ਦੇਖਿਆ ਕਿਵੇਂ ਇਹਨਾਂ ਲੋਕਾਂ ਦੇ ਪ੍ਰਭਾਵ ਵਿੱਚ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਹਨਾਂ ਦੇ ਉਪਦੇਸ਼ ਸੁਣ ਕੇ ਕਿ ਉਹਨਾਂ ਦੇ ਪਿੱਛੇ ਚੱਲਣ ਵਾਲੀ ਪੀੜ ਦਾ ਕ੍ਰੋਧ ਸਾਡੇ ਵਿਰੁੱਧ ਨਾ ਭੜਕੇ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਇਹ ਕਾਫਰ ਖੁਦ ਸਿੱਧ ਕਰ ਦੇਣ ਕਿ ਉਹ ਪਖੰਡੀ ਹਨ। ਮੈਂ ਕਹਿੰਦਾ ਹਾਂ ਸਾਡਾ ਭਾਈ ਸਹੀ ਕਹਿ ਰਿਹਾ ਹੈ। ਉਹਨਾਂ ਨੂੰ ਆਪਣਾ ਭਾਂਡਾ ਖੁਦ ਹੀ ਫੋੜਨ ਦਿਓ ਤੇ ਪੀੜ ਨੂੰ ਉਹਨਾਂ ਨੂੰ ਦੋਸ਼ੀ ਠਹਿਰਾਣ ਦਿਓ। ਗੱਲ ਹੈ, ਫਿਰ ਤਾਂ ਸਹੀ ਹੈ ਬਿਲਕੁਲ। ਸਾਨੂੰ ਸਿਰਫ ਖਬਰ ਰੱਖਣ ਦੀ ਲੋੜ ਹੈ। ਠੀਕ, ਪਰ ਉਹਨਾਂ ਨੂੰ ਪਹਿਲਾਂ ਚੇਤਾਵਨੀ ਦੇ ਦਈਏ ਕਿ ਉਹ ਯੀਸ਼ੂ ਦੇ ਨਾਮ ਤੇ ਉਪਦੇਸ਼ ਨਾ ਦੇਣ ਅਤੇ ਉਹਨਾਂ ਨੂੰ ਚੇਤਾ ਦਈਏ ਸਖਤੀ ਨਾਲ, ਇੰਨੀ ਸਖਤੀ ਨਾਲ ਕਿ ਉਹ ਸਮਝ ਜਾਣ ਕਿ ਅਸੀਂ ਗੰਭੀਰ ਹਾਂ। ਸ਼ਾਇਦ ਉਹ ਸਾਨੂੰ ਜਾਣ ਦੇ ਰਹੇ ਹਨ। ਆਓ ਚਲਿਏ। ਫਰੀਸੀਆਂ ਦੀ ਵੱਲੋਂ ਇੱਕ ਤੋਹਫਾ। ਇਹ ਕੀ? ਫਰੀਸੀਆਂ ਦੀ ਵੱਲੋਂ ਇੱਕ ਤੋਹਫਾ।
ਆਸ ਹੈ ਇੱਥੇ ਰਹਿਣ ਵਿੱਚ ਆਨੰਦ ਆਇਆ ਹੋਵੇਗਾ। ਮੈਨੂੰ ਲੱਗਦਾ ਹੁਣ ਅਸੀਂ ਉਹਨਾਂ ਨੂੰ ਕਦੀ ਨਹੀਂ ਵੇਖਾਂਗੇ। ਪਤਰਸ, ਪਤਰਸ, मेरा सिर। ਮੈਂ ਤੇਰੀ ਮਦਦ ਕਰਨਾ। मैं ठीक हूँ। ਮੈਨੂੰ ਆਪਣਾ ਹੱਥ ਦੇ। तू ठीक था याकूब? ਲੱਗਦਾ ਹੈ ਮੈਂ ਇੱਕ ਹੋਰ ਪਾਰੀ ਦੇ ਲਈ ਤਿਆਰ ਹਾਂ। ਇੱਧਰ ਮੇਰਾ ਸਹਾਰਾ ਲੈ। ओह मेरा सिर। प्रभु यीशु, ਸਤਾ ਤੇ ਮੌਤ ਦੇ ਸਾਹਮਣੇ ਤੁਸੀਂ ਡਟ ਕਰ ਦ੍ਰਿੜ ਰਹੇ। ਸਾਨੂੰ ਵੀ ਉਹ ਬਲ ਦਿਓ, ਅਸੀਂ ਵੀ ਤੁਹਾਡੇ ਵਾਂਗੂ ਕਰੀਏ। ਚੰਨ ਹਨੇਰੇ ਵਿੱਚ ਚਮਕ ਉੱਠਿਆ ਅਤੇ ਹਨੇਰੇ ਨੇ ਉਸ ਨੂੰ ਕਬੂਲ ਨਹੀਂ ਕੀਤਾ। ਅਸੀਂ ਚੱਲ ਪਏ ਆਨੰਦ ਹੋ ਕੇ। ਆਨੰਦਿਤ ਹੋ ਗਏ? ਸੱਚੀ? ਅਸਲ ਵਿੱਚ ਇਸ ਨੂੰ ਸਮਝਣਾ ਮੁਸ਼ਕਲ ਹੈ, ਪਰ ਜਿੰਨਾ ਜ਼ਿਆਦਾ ਅਸੀਂ ਪਰਮੇਸ਼ਰ ਦੀ ਆਗਿਆ ਦਾ ਪਾਲਨ ਕੀਤਾ, ਉਨਾ ਜ਼ਿਆਦਾ ਪਰਮੇਸ਼ਰ ਨੇ ਸਾਡੇ ਤੇ ਆਨੰਦ ਅਤੇ ਕਿਰਪਾ ਉਡੇਲੀ। ਉਹ ਵੈਸਾ ਤਾਂ ਸਰੀਰ ਵਿੱਚ ਬਹੁਤ ਦਰਦ ਹੁੰਦਾ ਸੀ, ਬਹੁਤ, ਪਰ ਪ੍ਰਭੂ ਸਾਡੇ ਨਾਲ ਸੀ। ਅਸੀਂ ਇਹ ਜਾਣਦੇ ਸੀ ਅਤੇ ਯੀਸ਼ੂ ਦੇ ਵਚਨਾਂ ਤੇ ਉਸ ਉੱਤੇ ਸਾਡਾ ਵਿਸ਼ਵਾਸ ਘਟਿਆ ਨਹੀਂ, ਬਲਕਿ ਵਧਿਆ ਹੈ, ਅਤੇ ਨਾਲ ਸਾਡੀ ਹਿੰਮਤ ਵੀ। ਦਿਨ ਪ੍ਰਤੀ ਦਿਨ ਮੰਦਰ ਵਿੱਚ ਘਰ ਘਰ ਜਾ ਕੇ ਅਸੀਂ ਸਿੱਖਿਆ ਦੇਣਾ ਨਹੀਂ ਛੱਡਿਆ। ਯੀਸ਼ੂ ਮਸੀਹ ਦੇ ਦੁਆਰਾ ਮੁਕਤੀ ਦੀ ਜੋ ਖੁਸ਼ਖਬਰੀ ਹੈ, ਉਸ ਨਾਲ ਲੋਕਾਂ ਦੇ ਜੀਵਨ ਬਦਲ ਗਏ। ਫਿਰ ਸਿਰਫ ਅਸੀਂ 12 ਹੀ ਨਹੀਂ ਸੀ ਜੋ ਖੁਸ਼ਖਬਰੀ ਸੁਣਾਉਂਦੇ ਸੀ। ਪਰਮੇਸ਼ਵਰ ਨੇ ਆਪਣੀ ਆਤਮਾ ਦੂਜਿਆਂ ਤੇ ਵੀ ਸ਼ਕਤੀਸ਼ਾਲੀ ਢੰਗ ਨਾਲ ਉਡੇਲ ਦਿੱਤੀ ਸੀ ਅਤੇ ਚਮਤਕਾਰਾਂ ਨੂੰ ਕਈ ਗੁਣਾ ਵਧਾ ਦਿੱਤਾ। ਪ੍ਰਭੂ ਦੀ ਸਤੁਤੀ ਹੋਵੇ। ਤੁਸੀਂ ਦੇਖਿਆ ਪਰਮੇਸ਼ਵਰ ਸਾਨੂੰ ਕਿੰਨਾ ਪਿਆਰ ਕਰਦਾ ਹੈ। ਯੀਸ਼ੂ ਨੇ ਕਿਹਾ ਸੀ, ਜੋ ਕੁਝ ਮੇਰੇ ਨਾਮ ਵਿੱਚ ਮੰਗੋਗੇ ਉਹ ਮੈਂ ਕਰਾਂਗਾ। ਧੰਨਵਾਦੀ ਸਤੀਫਾਨ। ਧੰਨਵਾਦ। ਹੁਣ ਇਸ ਨੰਨੀ ਜਿਹੀ ਜਾਨ ਨੂੰ ਕੁਝ ਖਾਣ ਲਈ ਦਿਓ। ਤੈਨੂੰ ਵੀ ਤਾਂ ਪੋਸ਼ਣ ਚਾਹੀਦਾ ਹੈ ਸਤੀਫਾਨ। ਤੁਸੀਂ ਸਾਰਾ ਦਿਨ ਰੁਕੇ ਹੀ ਨਹੀਂ। ਸਟੀਫਨ, ਮਿਰੀਅਮ, ਮੇਰਾ ਪਤੀ, ਉਹਦਾ ਕਾਰੋਬਾਰ ਸਹੀ ਨਹੀਂ ਚੱਲ ਰਿਹਾ ਹੈ। ਕੀ ਗੱਲ ਹੈ? ਸਾਡੇ ਕੋਲ ਖਾਣ ਲਈ ਕੁਝ ਦਿਨਾਂ ਤੋਂ ਕੁਝ ਵੀ ਨਹੀਂ ਹੈ। ਸਮਝ ਨਹੀਂ ਆ ਰਿਹਾ ਕੀ ਕਰੀਏ। ਪਰ ਮੈਨੂੰ ਪਤਾ ਹੈ। ਦੇਖੋ, ਪਰਮੇਸ਼ਰ ਨੇ ਸਮੇਂ ਫਿਰ ਦੇ ਦਿੱਤਾ। ਪਰ ਸਤੀਫਾਨ, ਮੈਂ ਹੁਣੇ ਆਇਆ। ਓ ਤੇਰਾ ਧੰਨਵਾਦ ਸਟੀਫਨ, ਤੇਰਾ ਧੰਨਵਾਦ। ਜਿਵੇਂ ਜਿਵੇਂ ਵਿਸ਼ਵਾਸੀਆਂ ਦੀ ਗਿਣਤੀ ਵੱਧਦੀ ਗਈ, ਉਵੇਂ ਉਹਨਾਂ ਦੀ ਦੇਖਭਾਲ ਦੇ ਲਈ ਜ਼ਰੂਰਤਾਂ ਵੀ, ਸਿੱਖਿਆ ਦੇਣਾ, ਪ੍ਰਾਰਥਨਾ ਕਰਨਾ, ਸਾਡੇ ਕੰਗਾਲ, ਰੋਗੀ, ਬੁੱਢੇ ਅਤੇ ਵਿਧਵਾ ਦਾ ਧਿਆਨ, ਇਹ ਇੱਕ ਬਹੁਤ ਵੱਡਾ ਅਤੇ ਹਮੇਸ਼ਾ ਵਧਿਆ ਹੋਇਆ ਕੰਮ ਸੀ। ਸਾਡੇ ਲਈ ਬਹੁਤ ਹੀ ਵੱਡਾ। ਸਾਨੂੰ ਹੱਲ ਚਾਹੀਦਾ ਸੀ, ਦੂਜਿਆਂ ਵੱਲੋਂ ਸਹਾਇਤਾ। ਇਸ ਤੇ ਅਸੀਂ ਮਿਲ ਕੇ ਚਰਚਾ ਕੀਤੀ ਅਤੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਰ ਨੇ ਸਾਨੂੰ ਦੱਸਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ 7 ਜਣਿਆਂ ਨੂੰ ਚੁਣਿਆ, ਉਹ ਜਿਨ੍ਹਾਂ ਨੇ ਸਿੱਧ ਕੀਤਾ ਉਹ ਸੰਵੇਦਨਾਸ਼ੀਲ, ਬਲੀਦਾਨ ਦੇਣ ਅਤੇ ਯੋਗ ਹਨ, ਅਤੇ 7 ਸਾਡੀ ਜ਼ਰੂਰਤ ਪੂਰੀ ਕਰਨ ਦੇ ਲਈ ਸਿੱਧ ਹੋਏ। ਫਿਲਿਪੁਸ, ਪ੍ਰਖੁਰਸ, ਨਿਕਾਨੋਰ, ਤਿਮੋਨ, ਪਰਮੀਨਾਸ, ਨਿਕੋਲਾਉਸ ਅਤੇ ਸਤੀਫਾਨ। ਇਹ ਇੱਕ ਦਿਲਚਸਪ ਅਤੇ ਅਦਭੁਤ ਸਮਾਂ ਸੀ। ਅਸੀਂ ਅਸੰਭਵ ਲੋਕਾਂ ਦਾ ਮਿਸ਼ਰਣ ਸੀ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਜਵਾਨ, ਬੁੱਢੇ, ਧਨਵਾਨ ਅਤੇ ਕੰਗਾਲ, ਪੜ੍ਹੇ ਲਿਖੇ ਅਤੇ ਅਨਪੜ੍ਹ, ਇੱਥੇ ਤੱਕ ਕਿ ਕੁਝ ਜਾਜਕ ਵੀ ਵਿਸ਼ਵਾਸੀ ਬਣ ਗਏ। ਪਰ ਕੋਈ ਰੋਮੀ ਸਿਪਾਹੀ ਨਹੀਂ। ਕੀ? ਪਰ ਬੇਸ਼ੱਕ ਉਹ ਸਿਪਾਹੀ ਤੇ ਉਹ ਸਨ ਜਿਨ੍ਹਾਂ ਨਾਲ ਯੀਸ਼ੂ ਨੇ ਖੁਦ ਸਭ ਤੋਂ ਪਹਿਲਾਂ ਗੱਲ ਕੀਤੀ ਸੀ। ਯੀਸ਼ੂ? ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਇਕੱਲਾ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ ਪੂਲੋ
ਇਹ ਸਭ ਕੁਝ ਮੈਨੂੰ ਸਹੀ ਲੱਗਦਾ ਆ। ਇਹਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ। ਹੁਣ ਤੁਸੀਂ ਵੀ ਉਹੀ ਸਭ ਕਰ ਰਹੇ ਹੋ। ਤਾਂ ਫਿਰ ਖੈਰ ਉਹ ਸਮਾਂ ਬੜੀ ਹੀ ਉન્નਤੀ ਦਾ ਸੀ, ਪਰ ਨੌਕਰ ਆਪਣੇ ਮਾਲਿਕ ਤੋਂ ਕਦੇ ਵੀ ਵੱਡਾ ਨਹੀਂ ਹੁੰਦਾ। ਯਿਸੂ ਨੇ ਸਾਨੂੰ ਆਖਿਆ ਸੀ, ਜੇਕਰ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਫਿਰ ਵੀ ਇਹ ਕੋਈ ਨਵੀਂ ਗੱਲ ਨਹੀਂ ਸੀ। ਸਾਡੇ ਲਈ ਨਹੀਂ, ਅਰਥਾਤ ਜੋ 12 ਸਨ, ਪਰ ਨਵੇਂ ਵਿਸ਼ਵਾਸੀਆਂ ਦੇ ਲਈ। ਉਹਨਾਂ ਵਿੱਚੋਂ ਬਹੁਤਾਂ ਦੇ ਲਈ ਇਹ ਕੁਝ ਨਵਾਂ ਸੀ। ਇਹ ਪਰੀਖਿਆ ਦਾ ਸਮਾਂ। ਉਹ ਸਾਡੇ ਅਪਰਾਧਾਂ ਦੇ ਲਈ ਕਾਇਲ ਕੀਤਾ ਗਿਆ। ਯਸਾਇਆ ਨਬੀ ਨੇ ਸਾਫ਼-ਸਾਫ਼ ਆਖਿਆ ਸੀ ਜੋ ਯੀਸ਼ੂ ਦੀ ਕੀਤੀ ਹੋਈ ਭਵਿੱਖਬਾਣੀਆਂ ਵਿੱਚੋਂ ਇੱਕ ਹੈ। ਤਾਂ ਤੁਸੀਂ ਕਹਿੰਦੇ ਹੋ ਕਿ ਮਸੀਹਾ, ਜਿਸ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਗਈ, ਉਸਨੇ ਸਲੀਬ ਉੱਤੇ ਮਰਨਾ ਸੀ, ਇੱਕ ਆਮ ਅਪਰਾਧੀ ਦੇ ਵਾਂਗ। ਤੁਸੀਂ ਸੋਚ ਕਿੱਦਾਂ ਸਕਦੇ ਹੋ? ਸਾਡੇ ਵਿੱਚੋਂ ਜ਼ਿਆਦਾਤਰ ਮਸੀਹਾ ਦੇ ਆਉਣ ਦੇ ਬਾਰੇ ਸੋਚਦੇ ਸੀ ਕਿ ਉਹ ਇੱਕ ਤਾਕਤਵਰ ਹਾਕਮ ਹੋਵੇਗਾ ਜੋ ਵਿਵਸਥਾ ਲਾਗੂ ਕਰੇਗਾ, ਪਰ ਪਵਿੱਤਰ ਵਚਨ ਦੀ ਭਵਿੱਖਬਾਣੀ ਹੈ ਉਹ ਸਭਾ ਦੇ ਅੱਗੇ ਤੁੱਛ ਜਾਣਿਆ ਗਿਆ ਅਤੇ ਮਨੁੱਖਾਂ ਦਾ ਤਿਆਗਿਆ ਹੋਇਆ ਸੀ। ਉਹ ਇੱਕ ਦੁਖੀ ਪੁਰਸ਼ ਸੀ। ਅਤੇ ਤੁਸੀਂ ਜ਼ੋਰ ਦਿੰਦੇ ਹੋ ਕਿ ਇਹ ਭਵਿੱਖਬਾਣੀ ਯੀਸ਼ੂ ਨਾਸਰੀ ਲਈ ਹੈ, ਇੱਕ ਤਰਖਾਣ ਜਿਹਨੂੰ ਮੌਤ ਦੀ ਸਜ਼ਾ ਮਿਲੀ ਹੈ। ਸਲੀਬ ਤੇ ਟੰਗਿਆ ਗਿਆ। ਇਹ ਇੱਕ ਮੁਕਤੀ ਦਿਲਾਉਣ ਵਾਲੇ ਦੀ ਤਸਵੀਰ ਤਾਂ ਨਹੀਂ, ਕਿਉਂ? ਇਹ ਨਿਰਭਰ ਹੈ ਕਿਸ ਤੋਂ ਮੁਕਤੀ ਦਿਵਾਉਣ ਵਾਲਾ, ਰੋਮ ਤੋਂ ਜਾਂ ਸਾਡੇ ਪਾਪਾ ਤੋਂ ਮੁਕਤੀ ਦਿਵਾਉਣ ਵਾਲਾ। ਯੀਸ਼ੂ ਨਾਸਰੀ ਪਰਮੇਸ਼ਰ ਦਾ ਲੇਲਾ ਬਣ ਕੇ ਮਰਿਆ, ਜੋ ਅਸਲ ਵਿੱਚ ਪਸਾਹ ਦਾ ਲੇਲਾ ਸੀ, ਅਤੇ ਉਹ ਰਾਜ ਕਰਨ ਦੇ ਲਈ ਆਂਦਾ ਹੈ ਸਾਡੇ ਦਿਲ ਤੇ। ਬਹੁਤ ਸੁਣ ਲਿਆ, ਪਰ ਸੁਣੋ ਤਾਂ, ਇਹ ਗਲਤ ਹੈ, ਨਿਸ਼ਚਿਤ ਤੌਰ ਤੇ ਗਲਤ ਹੈ। ਪਰ ਕੀ? ਖੈਰ, ਜੋ ਕੁਝ ਅਸੀਂ ਕਹਿਣਾ ਹੁੰਦਾ ਹੈ ਉਸ ਦਾ ਉਹ ਇਨਕਾਰ ਨਹੀਂ ਕਰਦਾ ਪਵਿੱਤਰ ਵਚਨ ਦੇ ਦੁਆਰਾ। ਅਤੇ ਲੱਗਦਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ, ਲੋਕ ਉਸ ਦੀ ਗੱਲ ਸੁਣਦੇ ਹਨ, ਜਿਨ੍ਹਾਂ ਵਿੱਚ ਸਾਡੇ ਲੋਕ ਵੀ ਜੋ ਹਨ। ਵੀ ਹੈ ਉਹ ਗਲਤ ਹੈ, ਪਰ ਉਹ ਇਸੇ ਤਰ੍ਹਾਂ ਲੋਕਾਂ ਨੂੰ ਹੋਰ ਕਾਇਲ ਕਰੇਗਾ। ਸਾਨੂੰ ਉਸ ਨੂੰ ਰੋਕਣ ਦਾ ਰਸਤਾ ਲੱਭਣਾ ਪਵੇਗਾ। ਮੇਰੇ ਨਾਲ ਚਲੋ, ਮੈਨੂੰ ਲੱਗਦਾ ਹੈ ਇੱਕ ਰਸਤਾ ਮਿਲ ਗਿਆ ਹੈ। ਤੁਸੀਂ ਉਸ ਨੂੰ ਇਹ ਕਹਿੰਦੇ ਸੁਣਿਆ ਹੈ? ਤੁਹਾਨੂੰ ਕੋਈ ਸ਼ੱਕ ਨਹੀਂ ਹੈ? ਕੀ ਮੈਂ ਤੁਹਾਡੇ ਨਾਲ ਝੂਠ ਬੋਲਿਆ? ਸਤੀਫਾਨ ਜੋ ਹੈ ਉਸ ਨੂੰ ਅਸੀਂ ਨਿੰਦਾ ਕਰਦੇ ਸੁਣਿਆ ਹੈ। ਕੀ ਤੂੰ ਉੱਥੇ ਸੀ? ਮੈਂ ਆਪਣੇ ਕੰਨਾਂ ਨਾਲ ਸੁਣਿਆ ਹੈ। ਉਸਨੇ ਨਿੰਦਾ ਕੀਤੀ ਹੈ ਮੂਸਾ ਦੇ ਵਿਰੁੱਧ। ਚਾਰਾ ਦੇ ਵਿਰੁੱਧ। ਤੈਨੂੰ ਪੱਕਾ ਯਕੀਨ ਹੈ? ਮੈਂ ਕਹਿ ਰਿਹਾ ਉਹ ਵਿਅਕਤੀ ਸਟੀਫਨ ਨਿੰਦਾ ਕਰਨ ਵਾਲਾ ਹੈ। ਅਤੇ ਮੈਂ ਕਿਆਫਾ ਨਾਲ ਗੱਲ ਕਰਾਂਗਾ ਤੁਰੰਤ ਹੀ। ਅਤੇ ਜਿਨ੍ਹਾਂ ਨੇ ਯੀਸ਼ੂ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਦੇ ਉੱਤੇ ਵਿਸ਼ਵਾਸ ਕੀਤਾ, ਉਸਨੇ ਉਹਨਾਂ ਨੂੰ ਇਹ ਕੀ ਹੋ ਰਿਹਾ? ਉਹਨੂੰ ਫੜ ਲਿਓ। ਹਾਂ, ਇਹ ਇੱਥੇ ਕਿਉਂ ਆਏ? ਹਟੋ। ਮਤਲਬ ਠੀਕ ਹੈ, ਚਿੰਤਾ ਨਾ ਕਰੋ। ਅਰੇ ਇੱਥੇ ਕਿਉਂ ਆਏ? ਅਸੀਂ ਕੀ ਗਲਤ ਕਰ ਰਹੇ ਹਾਂ? ਇੰਨਾ ਫੜ ਕੇ ਕਿਉਂ ਲੈ ਜਾ ਰਹੇ हैं? ਇਹ ਆਦਮੀ ਨਿੰਦਾ ਕਰ ਰਿਹਾ ਸੀ ਮੂਸਾ ਦੇ ਖਿਲਾਫ, ਕਾਨੂੰਨ ਦੇ ਖਿਲਾਫ। ਅਸੀਂ ਇਹਨੂੰ ਸੁਣਿਆ ਹੈ, ਅਸੀਂ ਉੱਥੇ ਹੀ ਸੀ। ਕੀ ਇਹ ਗੱਲਾਂ ਸੱਚ ਹਨ ਜੋ ਇਹ ਕਹਿੰਦੇ ਹਨ ਕੀ ਸੱਚ ਹੈ? ਮੇਰੇ ਭਾਈਓ ਅਤੇ ਪਿਤਰੋਂ, ਸੁਣੋ ਅਤੇ ਸਾਡੇ ਇਤਿਹਾਸ ਨੂੰ ਯਾਦ ਕਰੋ। ਬੀਤੇ ਸਮਾਂ ਵਿੱਚ ਕਿੰਨੀ ਵਾਰ ਪਰਮੇਸ਼ਰ ਨੇ ਜਿਸ ਪ੍ਰਕਾਰ ਸਾਨੂੰ ਛੁਡਾਇਆ, ਉਹ ਸਾਡੀਆਂ ਉਮੀਦਾਂ ਦੇ ਉਲਟ ਸੀ। ਯਾਦ ਕਰੋ ਯਾਕੂਬ ਨੂੰ, ਯੂਸੁਫ ਜੋ ਇੱਕ ਹਾਕਮ ਸੀ, ਸਾਡੇ ਲੋਕਾਂ ਦਾ ਮੁਕਤੀਦਾਤਾ, ਦਾਸ ਜਿਸ ਦੇ ਭਰਾਵਾਂ ਨੇ ਉਸ ਨੂੰ ਵਪਾਰੀਆਂ ਨੂੰ ਵੇਚ ਦਿੱਤਾ ਸੀ। ਅਤੇ ਜੇ ਇਹ ਘੱਟ ਅਪਮਾਨ ਨਹੀਂ ਸੀ ਤਾਂ ਉਹ ਕਈ ਸਾਲਾਂ ਤੱਕ ਕੈਦਖਾਨੇ ਵਿੱਚ ਪਿਆ ਰਿਹਾ। ਜਦ ਨਾ ਇਨਸਾਫੀ ਨਾਲ ਉਸ ਦੇ ਮਾਲਕ ਨੇ ਉਸ ਨੂੰ ਉੱਥੇ ਸੁੱਟਿਆ ਅਤੇ ਸਭ ਉਸ ਨੂੰ ਭੁੱਲ ਗਏ। ਪਰ ਸਮਾਂ ਆਇਆ ਜਦ ਪਰਮੇਸ਼ਰ ਨੇ ਉਸ ਨੂੰ ਖੜਾ ਕੀਤਾ, ਜਿਵੇਂ ਕਿ ਤੁਸੀਂ ਕਹਿੰਦੇ ਹੋ, ਇੱਕ ਹਾਕਮ ਅਤੇ ਆਪਣੇ ਲੋਕਾਂ ਦਾ ਮੁਕਤੀਦਾਤਾ ਬਣਾ ਕੇ। ਅਤੇ ਮੂਸਾ ਦੀ ਗੱਲ ਕਰੋ ਤਾਂ ਉਸ ਦੀ ਕਿਹੜੀ ਗੱਲ? ਜਦ ਉਸ ਨੇ ਸਾਡੇ ਪਿਓ ਦਾਦੀਆਂ ਨੂੰ ਕਿਹਾ ਕਿ ਪਰਮੇਸ਼ਰ ਮਿਸਰੀਆਂ ਦੇ ਹੱਥੋਂ ਉਹਨਾਂ ਨੂੰ ਛੁਡਾਵੇਗਾ, ਤਾਂ ਉਹਨਾਂ ਦਾ ਜਵਾਬ ਕੀ ਸੀ? ਤੁਹਾਨੂੰ ਨਹੀਂ ਪਤਾ? ਬੇਸ਼ਰਮ ਨਾ ਬਣੋ। ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਈ ਠਹਿਰਾਇਆ ਹੈ? ਉਹਨਾਂ ਲੋਕਾਂ ਨੇ ਇਹ ਕਿਹਾ। ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਚਿੰਨ੍ਹਾਂ ਅਤੇ ਚਮਤਕਾਰਾਂ ਦੁਆਰਾ ਛੁਡਾਇਆ। ਮਹਾਮਾਰੀ, ਗੰਢੇ, ਹਨੇਰਾ, ਲਾਲ ਸਮੁੰਦਰ ਨੂੰ ਤੋਪਾ ਕਰਕੇ। ਅਤੇ ਫਿਰ ਵੀ ਕੀ ਹੋਇਆ? ਉਜਾੜ ਦੀ ਯਾਤਰਾ ਦੇ ਸਮੇਂ ਉਹਨਾਂ ਨੇ ਮੂਸਾ ਨੂੰ ਠੁਕਰਾ ਦਿੱਤਾ। ਭਾਈਓ,
ਜਦੋਂ ਅਸੀਂ ਇਹਨਾਂ ਘਟਨਾਵਾਂ ਵੱਲ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਸਾਡੇ ਪਿਓ ਦਾਦੇ ਇੰਨੇ ਢੀਠ ਕਿਵੇਂ ਹੋ ਸਕਦੇ ਹਨ, ਪਵਿੱਤਰ ਆਤਮਾ ਦੇ ਇੰਨੇ ਵਿਰੋਧੀ। ਸਾਡੇ ਇਤਿਹਾਸ ਵਿੱਚ ਕੀ ਕੋਈ ਨਬੀ ਹੈ ਜਿਸ ਨੂੰ ਸਾਡੇ ਪਿਓ ਦਾਦਿਆਂ ਨੇ ਸਤਾਇਆ ਨਾ ਹੋਵੇ? ਤੂੰ ਕਹਿਣਾ ਕੀ ਚਾਹੁੰਦਾ ਹੈ? ਸਾਡੇ ਪਿਓ ਦਾਦਿਆਂ ਨੇ ਉਹਨਾਂ ਨਬੀਆਂ ਦੀ ਹੱਤਿਆ ਕੀਤੀ ਜਿਨ੍ਹਾਂ ਨੇ ਮਸੀਹਾ ਦੇ ਆਉਣ ਦੀ ਗੱਲ ਕੀਤੀ ਸੀ। ਕਿ ਅਸੀਂ ਉਹਨਾਂ ਤੋਂ ਵੱਖਰੇ ਹਾਂ? ਕੀ ਇਹ ਸਾਨੂੰ ਉਪਦੇਸ਼ ਦੇ ਰਿਹਾ ਹੈ? ਤੇਰੀ ਇੰਨੀ ਹਿੰਮਤ ਕਿਦਾਂ ਹੋਈ? ਤੁਸੀਂ ਮਾਰ ਸੁੱਟਿਆ, ਸਲੀਬ ਤੇ ਚੜਾਇਆ ਉਸ ਨੂੰ ਜਿਸ ਨੂੰ ਪਰਮੇਸ਼ਰ ਨੇ ਭੇਜਿਆ ਸੀ। ਮੈਂ ਦੇਖ ਰਿਹਾ ਹਾਂ ਕਿੱਥੇ ਜਾ ਰਿਹਾ ਹੈ। ਯੀਸ਼ੂ ਨਾਸਰੀ ਹੀ ਮਸੀਹਾ ਹੈ। ਕਿ ਤੁਸੀਂ ਨਹੀਂ ਦੇਖੇ ਉਹ ਸਾਰੇ ਚਮਤਕਾਰ ਜੋ ਉਸ ਦੇ ਨਾਮ ਤੇ ਹੋਏ ਹਨ? ਪਾਪਾਂ ਤੋਂ ਛੁਟਕਾਰਾ ਜੋ ਉਸ ਉੱਤੇ ਵਿਸ਼ਵਾਸ ਕਰਕੇ ਮਿਲਦਾ ਹੈ। ਯੀਸ਼ੂ ਨਾਸਰੀ ਦੇ ਦੁਆਰਾ। ਇੱਥੇ ਹੀ ਚੁੱਪ ਹੋ ਜਾ। ਉਹੀ ਬਸ ਕਰੋ। ਪਰਮੇਸ਼ਰ ਦਾ ਪੁੱਤਰ ਹੈ। ਨਿੰਦਾ ਹੈ। ਤੂੰ ਇतना ਕਿੱਦਾਂ ਕਹਿ ਸਕਦਾ ਹੈ? ਇਹਨੂੰ ਪੱਥਰ ਮਾਰੋ, ਇਹਨੂੰ ਸਜ਼ਾ ਦਿਓ। ਇਹ ਨਿੰਦਾ ਹੈ। ਇਹਨੂੰ ਛੱਡਾਂਗੇ ਨਹੀਂ। ਉਸਨੇ ਆਪਣੇ ਹੱਥਾਂ ਨਾਲ ਆਪਣੀ ਮੌਤ ਦਾ ਫਰਮਾਨ ਲਿਖਾਇਆ ਹੈ। सजा दो अन्नो, सजा दो, सजा दो। ਦੇਖੋ एक ही है, एक ही विखा रहा है। ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਹੈਗਾ। ਮੈਂ ਸਵਰਗ ਨੂੰ ਖੁੱਲਾ ਹੋਇਆ ਦੇਖ ਰਿਹਾ ਹਾਂ ਅਤੇ ਯੀਸ਼ੂ ਪਰਮੇਸ਼ਰ ਦਾ ਪੁੱਤਰ ਹੈ। ਪਰਮੇਸ਼ਰ ਦੇ ਸੱਜੇ ਹੱਥ ਖੜਾ ਹੈ। ਯੀਸ਼ੂ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਹੈ। ਹਾਂ, ਇਸ ਨੂੰ ਬਾਹਰ ਲੈ ਜਾਓ। ਸਮਝ ਗਏ ਇਹਦੇ ਨਾਲ ਕੀ ਕਰਨਾ ਹੈ? ਸਜ਼ਾ ਦਿਓ ਇਹਨੂੰ। ਹਟਣਾ ਨਹੀਂ। ਇਹ ਜ਼ਿੰਦਾ ਕਰਦਾ ਹੈ। ਬਹੁਤ ਗਲਤ ਹੈ। सजा दो अन्नो, सजा दो, सजा दो, ਚਾਹੀਦੀ ਹੈ। ਹਟਣਾ ਨਹੀਂ। सजा दो, सजा दो अन्नो। सही कर रहे हो, सही कर रहे हो। ਇਹਦੇ ਨਾਲ ਚੰਗਾ ਨਹੀਂ ਕਰ ਰਹੇ। ਇਹਨੂੰ ਪਟਾ। ਬਹੁਤ ਮਾੜਾ ਕਰ ਰਿਹਾ। ਗਲਤ ਗੱਲ ਹੈ। ਹਟਣਾ ਰਿਹਾ। ਚੱਕ ਪੱਥਰ। ਇਹ ਬਿਲਕੁਲ ਨਾਇਨਸਾਫੀ ਹੈ। सजा दो, सजा दो अन्नो, सजा दो। क्यों मार रहे हो? और मारो। छुट्टो पत्थर रहते होते, छुट्टो। मार सकते हो। खराब कर रहे ने। अच्छा करो प्रभु। पत्थर चल रहा है। और पत्थर मारो। चलो तो निकलिए, चलो। मेरी आत्मा को कबूल कर, कृपा कर। ਇਹਨਾਂ ਲੋਕਾਂ ਤੇ ਇਹ ਪਾਪ ਉਹਨਾਂ ਤੇ ਲਿਖੇ ਨਾ ਲਾ। ਇੱਕ ਤੇ ਬਾਅਦ ਇੱਕ ਦੋਸ਼ ਲਾਉਣ ਵਾਲੇ ਜਿਨ੍ਹਾਂ ਨੇ ਇਸਤੀਫਾਨ ਦੀ ਜਾਨ ਲਈ ਸੀ, ਆਪਣੇ ਆਪਣੇ ਬਸਤਰ ਉਠਾਏ ਜੋ ਉਹਨਾਂ ਨੇ ਇੱਕ ਮਨੁੱਖ ਦੇ ਚਰਨਾਂ ਵਿੱਚ ਰੱਖ ਦਿੱਤੇ। ਅਸੀਂ ਤੈਨੂੰ ਧੰਨਵਾਦ ਦਿੰਦੇ ਹਾਂ ਪ੍ਰਭੂ ਕਿ ਤੂੰ ਸਾਡਾ ਇਸ ਵੱਡੀ ਮੁਸ਼ਕਿਲ ਵਿੱਚ ਇਸ ਤਰ੍ਹਾਂ ਮਾਰਗਦਰਸ਼ਨ ਕਰ ਰਿਹਾ ਹੈ। ਤੇਰਾ ਧੰਨਵਾਦ ਉਸ ਹਿੰਮਤ ਦੇ ਲਈ ਤੂੰ ਸਾਡੇ ਮਾਰਗਦਰਸ਼ਨਾਂ ਨੂੰ ਦਿੱਤੀ ਹੈ। ਇਹਨਾਂ ਨੂੰ ਕੈਦਖਾਨੇ 'ਚ ਲੈ ਚਲੋ ਸਾਰਿਆਂ ਨੂੰ। कृपया सानू छੱਡ ਦਿਓ। ਮੇਰਾ ਬੱਚਾ, ਮੇਰੇ ਬੱਚੇ ਦੀ ਦੇਖਭਾਲ ਕੌਣ ਇਹਨਾਂ ਲੋਕਾਂ ਦੇ ਕਰੂਗਾ? ਨਾਲ ਜੁੜਨ ਤੋਂ ਪਹਿਲਾਂ ਤੁਹਾਨੂੰ ਇਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀ। ਲੈ ਜਾਓ ਇਹਨੂੰ। साਡਾ कोई कसूर नहीं है, छोड़ दो। ਬੱਜੋ ਤੋਂ। ਛੱਡੋ ਸਾਨੂੰ। ਅਸੀਂ ਤਿਆਰ ਹਾਂ। ਲੈ ਜਾਓ ਸਾਰਿਆਂ ਨੂੰ। ਮੈਂ 12 ਸਿਪਾਹੀਆਂ ਨੂੰ ਆਪਣੇ ਨਾਲ ਲੈ ਕੇ ਅਗਲੀ ਜਗ੍ਹਾ ਤੇ ਜਾਵਾਂਗਾ। ਪਰ ਸਾਹਿਬ, ਅਸੀਂ 4 ਜਗ੍ਹਾ ਤੇ ਪਹਿਲਾਂ ਹੀ ਜਾ ਚੁੱਕੇ ਹਾਂ। ਮੈਨੂੰ ਨਹੀਂ ਲੱਗਦਾ ਹੈ ਸਾਹਿਬ। ਮੈਂ ਤਦ ਤੱਕ ਆਰਾਮ ਨਹੀਂ ਕਰੂੰਗਾ ਜਦੋਂ ਤੱਕ ਅਸੀਂ ਇਹਨਾਂ ਪਖੰਡੀਆਂ ਨੂੰ ਨਾਸ ਨਹੀਂ ਕਰ ਦਿੰਦੇ, ਜਦੋਂ ਤੱਕ ਪਰਮੇਸ਼ਰ ਦੀ ਵਿਵਸਥਾ ਦੇ ਵਿਰੁੱਧ ਚੀਜ਼ਾਂ ਨੂੰ ਹਟਾ ਨਹੀਂ ਦਿੰਦੇ। ਪੌਲੁਸ ਕਲੀਸਿਆ ਨੂੰ ਉਜਾੜ ਰਿਹਾ ਸੀ ਅਤੇ ਘਰ-ਘਰ ਵੜ ਕੇ ਮਰਦਾਂ ਤੇ ਔਰਤਾਂ ਨੂੰ ਧੂ-ਧੂ ਕੇ ਕੈਦਖਾਨੇ ਵਿੱਚ ਪਾ ਰਿਹਾ ਸੀ। ਲੈ ਜਾਓ ਇਹਨਾਂ ਨੂੰ ਤੇ ਲੱਭੋ ਬਾਕੀ ਸਾਰੇ ਕਿੱਥੇ ਨੇ, ਤੇ ਅਗਰ ਇਹ ਨਹੀਂ ਬੋਲਦੇ ਇਹਨਾਂ ਨੂੰ ਬੁਲਾਓ। ਸਾਡੇ ਵਿਰੁੱਧ ਵੱਡੇ ਸਤਾ ਦਾ ਸਮੇਂ ਸੀ। ਅਸੀਂ ਸਾਰਿਆਂ ਉੱਤੇ ਤੇ ਅਸੀਂ ਸਾਰੇ ਖਿੰਡ ਗਏ। ਇੱਕ ਵੱਡੇ ਕਸ਼ਟ ਤੇ ਪੀੜਾ ਦਾ ਸਮਾਂ ਸੀ। ਤਦ ਸੌਲੁਸ ਤੁਹਾਡੇ ਪ੍ਰਚਾਰ ਨੂੰ ਫੈਲਾਉਣ ਤੋਂ ਪੂਰੀ ਤਰ੍ਹਾਂ ਰੋਕ ਸਕਿਆ। ਬਿਲਕੁਲ ਵੀ ਨਹੀਂ। ਕੀ ਤੁਸੀਂ ਹੁਣੇ ਕਿਹਾ ਸੀ ਸਭ ਖਿੰਡ ਗਏ ਸਨ? ਤੁਹਾਡਾ ਕੰਮ ਰੁਕ ਗਿਆ ਸੀ।
ਬੇਸ਼ੱਕ ਸਾਡਾ ਕੰਮ ਰੁਕ ਗਿਆ ਸੀ ਅਤੇ ਵਿਸ਼ਵਾਸੀ ਖਿੰਡ ਗਏ ਸਨ। ਹਰ ਪਾਸੇ ਪ੍ਰਚਾਰ ਤੇ ਪ੍ਰਚਾਰ ਕਰਦੇ ਹੋਏ ਸਾਰੇ ਦੇ ਸਾਰੇ ਭੇੜਾਂ ਦੇ ਵਾਂਗ ਭਟਕ ਗਏ ਸਨ। ਸਾਰਿਆਂ ਨੇ ਆਪਣਾ ਆਪਣਾ ਰਾਹ ਚੁਣ ਲਿਆ ਅਤੇ ਯਹੋਵਾ ਨੇ ਸਾਡੇ ਸਾਰਿਆਂ ਦੇ ਅਪਰਾਧ ਉਸ ਉਤੇ ਲੱਦ ਦਿੱਤੇ। मैं सुनता हूँ ਪਿੱਛੇ ਹਟੋ। मेरा मतलब हानि पहुंचाना नहीं। ਪਰ ਅਸੀਂ ਇਹ ਗੱਲ ਨਹੀਂ ਮੰਨ ਸਕਦੇ। ਕੀ ਹੋ ਰਿਹਾ ਹੈ? मेरा मतलब हानि पहुंचाना नहीं साहब, बस इतना। ਉਸ ਨੂੰ ਬੋਲਣ ਦਿਓ। ਸਾਫ਼ ਹੈ ਤੂੰ ਉਸ ਦਾ ਸਾਹਮਣਾ ਨਹੀਂ ਕਰ ਸਕਦਾ। ਤਾਂ ਤੁਸੀਂ ਜੋ ਪੜ ਰਹੇ ਹੋ ਕਿ ਉਸ ਨੂੰ ਤੁਸੀਂ ਸਮਝਦੇ ਵੀ ਹੋ? ਇਹ ਸ਼ਾਇਦ ਮੈਂ ਸਮਝ ਜਾਂਦਾ ਜੇ ਕੋਈ ਮੈਨੂੰ ਸਮਝਾ ਦਿੰਦਾ। शायद मैं सहायता कर सकता। हाँ, ਮੈਂ ਹਬਸ ਦੀ ਰਾਣੀ ਕੰਦਾਕੇ ਦਾ ਵੱਡਾ ਇਖਤਿਆਰ ਵਾਲਾ ਹਾਂ ਅਤੇ ਮੈਨੂੰ ਡਰ ਹੈ ਮੇਰੇ ਸਿਪਾਹੀਆਂ ਨੂੰ ਮੇਰੀ ਰੱਖਿਆ ਦੀ ਗੈਰਤ ਹੈ। ਜਿਵੇਂ ਪਰਮੇਸ਼ਰ ਨੂੰ ਹੈ। ਮੈਨੂੰ ਦੱਸੋ ਤੁਸੀਂ ਕੀ ਪੜ ਰਹੇ ਸੀ? ਉਹ ਪੇੜ ਦੇ ਵਾਂਗ ਕਾਟ ਕੀਤੇ ਜਾਣ ਨੂੰ ਪਹੁੰਚਾਇਆ ਗਿਆ ਅਤੇ ਜਿਵੇਂ ਲੈਲਾ ਆਪਣੇ ਉਨ ਕੁੱਤਣ ਵਾਲੇ ਦੇ ਸਾਹਮਣੇ ਚੁੱਪਚਾਪ ਹੈ, ਉਸੇ ਤਰ੍ਹਾਂ ਉਸਨੇ ਆਪਣਾ ਮੂੰਹ ਨਹੀਂ ਖੋਲਿਆ। ਉਸ ਦੀ ਦੀਨਤਾ ਵਿੱਚ ਉਸ ਦਾ ਨੀਆਂ ਨਹੀਂ ਹੋਇਆ ਤੇ ਉਸ ਦੇ ਸਮੇਂ ਦੇ ਲੋਕਾਂ ਦਾ ਵਰਣਨ ਕੌਣ ਕਰੇਗਾ, ਕਿਉਂਕਿ ਧਰਤੀ ਤੋਂ ਉਸ ਦਾ ਪ੍ਰਾਣ ਉਠਾਇਆ ਜਾਂਦਾ ਹੈ। ਨਬੀ ਕਿਸ ਦੀ ਗੱਲ ਕਰ ਰਿਹਾ ਹੈ, ਖੁਦ ਦੀ ਜਾਂ ਕਿਸੇ ਹੋਰ ਦੀ? ਮੈਂ ਤੁਹਾਨੂੰ ਦੱਸਦਾ ਹਾਂ। ਤਾਂ ਉਹ ਯਿਸੂ ਨਾਸਰੀ ਹੈ ਜਿਸ ਦੀ ਗੱਲ ਨਬੀ ਇੱਥੇ ਕਰ ਰਿਹਾ ਹੈ। ਹਾਂ, ਪਰਮੇਸ਼ਰ ਦਾ ਦੂਤ ਜਗਤ ਦੇ ਪਾਪ ਚੁੱਕ ਲੈ ਜਾਂਦਾ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕੋਈ ਚੀਜ਼ ਨਹੀਂ ਰੋਕ ਸਕਦੀ। ਆਪਣੇ ਪੂਰੇ ਮਨ ਨਾਲ ਕਿ ਤੁਸੀਂ ਵਿਸ਼ਵਾਸ ਕਰਦੇ ਹੋ। ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਫਿਰ ਕਿਸ ਗੱਲ ਦੀ ਉਡੀਕ ਹੈ ਤੁਹਾਨੂੰ? ਕੀ ਹੋਇਆ? ਰੁਕੋ, ਕਾਰਵੇ ਨੂੰ ਰੁਕਵਾ ਦਿਓ। ਸਾਹਿਬ ਤੁਸੀਂ ਠੀਕ ਤਾਂ ਹੋ? ਕੀ ਮੈਂ ਠੀਕ ਹਾਂ? ਬੇਸ਼ੱਕ ਮੈਂ ਠੀਕ ਹਾਂ। ਮੈਨੂੰ ਉਹ ਮਿਲ ਗਿਆ ਹੈ ਜਿਹੜਾ ਮੇਰੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ ਅਤੇ ਮੇਰੇ ਅਪਰਾਧਾਂ ਦੇ ਕਾਰਨ ਜਿਸ ਦੇ ਤਾੜਨਾ ਹੋਈ। ਸਾਹਿਬ ਮੈਂ ਚੰਗਾ ਹੋ ਗਿਆ ਵਿਸ਼ਵਾਸ ਨਾਲ, ਆਪਣੇ ਪੂਰੇ ਮਨ ਨਾਲ। ਤੇ ਹੁਣ ਮੈਂ ਤੈਨੂੰ ਬਪਤਿਸਮਾ ਦਿੰਦਾ ਹਾਂ ਪਰਮ ਪਿਤਾ ਦੇ ਨਾਂ ਤੇ, ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਵਿੱਚ। ਯਿਸੂ ਪਰਮੇਸ਼ਰ ਦਾ ਲੇਲਾ ਹੈ। ਯਿਸੂ ਪਰਮੇਸ਼ਰ ਦਾ ਲੇਲਾ ਹੈ। ਅਸੀਂ ਤੇਰੀ ਪ੍ਰਾਰਥਨਾ ਵਿੱਚ ਰੁਕਾਵਟ ਨਹੀਂ ਸੀ ਪਾਉਣੀ। ਮੈਂ ਪੂਰੀ ਕਰ ਲਈ। ਸਾਨੂੰ ਪੂਰੀ ਖਬਰ ਮਿਲਦੀ ਰਹੀ ਆ। ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਸੌਲਸ। ਯਿਸੂ ਪਰਮੇਸ਼ਰ ਦਾ ਲੇਲਾ। ਉਹ ਕਹਿੰਦੇ ਨੇ ਕਿ ਯਿਸੂ ਮਨੁੱਖਾਂ ਦੇ ਕੀਤੇ ਪਾਪਾਂ ਲਈ ਮਰਿਆ ਅਤੇ ਉਸ ਦੇ ਦੁਆਰਾ ਸਾਨੂੰ ਪਰਮੇਸ਼ਰ ਕੋਲੋਂ ਮਾਫੀ ਮਿਲਦੀ ਹੈ। ਉਹ ਸਾਡੇ ਲੋਕਾਂ ਨੂੰ ਪਵਿੱਤਰ ਵਿਵਸਥਾ ਤੋਂ ਫਿਰਨ ਲਈ ਕਹਿੰਦੇ ਨੇ। ਪਰਮੇਸ਼ਰ ਦੀ ਵਿਵਸਥਾ ਤੋਂ, ਪਰਮੇਸ਼ਰ ਦੀ ਵਿਵਸਥਾ।
ਜਿੱਥੋਂ ਤੱਕ ਮੈਨੂੰ ਯਾਦ ਹੈ ਇਹੋ ਹੀ ਮੇਰੀ ਤਸੱਲੀ ਹੈ। ਮੇਰਾ ਸਭ ਕੁਝ ਸਾਨੂੰ ਇੱਕ ਅਨਮੋਲ ਖਜ਼ਾਨਾ ਸੌਂਪਿਆ ਗਿਆ ਹੈ। ਇੰਨਾ ਪਵਿੱਤਰ ਖਜ਼ਾਨਾ, ਅਤੇ ਮੈਂ ਆਪਣੇ ਪੂਰੇ ਬਲ ਦੇ ਨਾਲ ਮੈਂ ਕੁਝ ਵੀ ਕਰੂੰਗਾ ਇਸ ਦੀ ਰੱਖਿਆ ਕਰਨ ਦੇ ਵਾਸਤੇ। ਕੁਝ ਵੀ ਕਰੂੰਗਾ ਮੈਂ, ਕੁਝ ਵੀ। ਉਹ ਹਾਂ, ਮੈਂ ਬਿਲਕੁਲ ਭੁੱਲ ਹੀ ਗਿਆ ਸੀ। ਪ੍ਰਧਾਨ ਜਾਚਕ ਨੇ ਤੇਰੀ ਬੇਨਤੀ ਮੰਨ ਲਈ ਹੈ। ਮੈਨੂੰ ਲੱਗਦਾ ਹੈ ਹੁਣ ਤੁਸੀਂ ਖੁਸ਼ ਹੋ। ਸਾਹਿਬ, ਮੈਨੂੰ ਤੁਸੀਂ ਮਾਫ ਕਰ ਦਿਓ। ਫਿਰ ਚੱਲ ਪਏ ਪ੍ਰਭੂ ਦੀ ਇੱਛਾ ਪੂਰੀ ਕਰਨ। ਕਿੰਨਾ ਸਮਰਪਿਤ ਹੈ ਤਰਸੁਸ ਦਾ ਸੌਲੁਸ। ਮੈਂ ਕਹਿੰਦਾ ਹਾਂ, ਇਤਿਹਾਸ ਇਸ ਨਾਮ ਨੂੰ ਯਾਦ ਰੱਖੇਗਾ। ਸੱਚਮੁੱਚ ਇੱਕ ਪ੍ਰੇਰਿਤ ਮਨੁੱਖ ਆ, ਇੱਕ ਧਰਮੀ ਅਤੇ ਪ੍ਰੇਰਿਤ ਮਨੁੱਖ। ਸਾਨੂੰ ਤੁਰੰਤ ਸਵਾਰੀ ਕਰਨੀ ਆ। ਕਿੱਥੋਂ ਦੇ ਲਈ? ਦਮੀ ਸਕ ਹੁਣੇ ਇਸੇ ਕੜੀ ਹੁਣੇ। ਮੈਂ ਉਦੋਂ ਤੱਕ ਨਹੀਂ ਰੁਕੂੰਗਾ ਜਦੋਂ ਤੱਕ ਨਿੰਦਾ ਕਰਨ ਵਾਲੇ ਹਰ ਇੱਕ ਜਣੇ ਨੂੰ ਜੇਲ੍ਹ 'ਚ ਨਹੀਂ ਸੁੱਟ ਦਿੰਦਾ, ਜਦੋਂ ਤੱਕ ਇੱਕ ਧੋਖਾ ਬੰਦ ਨਹੀਂ ਹੁੰਦਾ। ਮੈਂ ਪਰਮੇਸ਼ਰ ਦੇ ਕੰਮ ਪੂਰੇ ਕਰਾਂਗਾ। ਕੋਈ ਵੀ ਚੀਜ਼ ਮੈਨੂੰ ਰੋਕ ਨਹੀਂ ਸਕਦੀ। ਆਦਰਯੋਗ ਸੋਲੁਸ। ਕੀ ਇਹ ਕੀ ਆ? ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਆਦਰਯੋਗ ਸੋਲੁਸ, ਤੁਸੀਂ ਠੀਕ ਤਾਂ ਹੋ? ਪਰੇਸ਼ਾਨ? ਮੈਂ? ਕੌਣ ਹੋ ਤੁਸੀਂ? ਮੈਂ ਯੀਸ਼ੂ ਹਾਂ। ਕੀ? ਯੀਸ਼ੂ? ਕਿਆ ਕਿਸ ਦੇ ਨਾਲ ਗੱਲ ਕਰ ਰਹੇ? ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਯੀਸ਼ੂ? ਹੁਣ ਉੱਠ, ਇੱਥੋਂ ਸ਼ਹਿਰ ਜਾ ਅਤੇ ਜੋ ਕੁਝ ਕਰਨਾ ਹੈ ਉੱਥੇ ਤੈਨੂੰ ਦੱਸਿਆ ਜਾਵੇਗਾ। ਸ਼੍ਰੀਮਾਨ ਸੋਲੁਸ, ਸ਼੍ਰੀਮਾਨ ਸੋਲੁਸ, ਤੁਸੀਂ ਠੀਕ ਤਾਂ ਹੋ? मैं देख नहीं सकता। मैं देख नहीं सकता। ਹੁਣ 3 ਦਿਨ ਬੀਤ ਚੁੱਕੇ ਹਨ। ਨਾ ਇੱਕ ਬੁਰਕੀ ਰੋਟੀ ਦੀ ਖਾਦੀ, ਨਾ ਇੱਕ ਘੁੱਟ ਪਾਣੀ ਪੀਤਾ। ਮੈਨੂੰ ਪਤਾ ਨਹੀਂ ਇਸ ਨੂੰ ਹੋਇਆ ਕੀ ਹੈ, ਪਰ ਅਨਾਨੀਆ, ਮੈਂ ਸੌਲੁਸ ਨੂੰ ਮਿਲਣ ਆਇਆ। ਕੀ ਤੈਨੂੰ ਪਤਾ ਵੀ ਹੈ ਉਹ ਤੇਰੇ ਵਰਗਿਆਂ ਨੂੰ ਫੜਨ ਆਇਆ ਹੈ? ਮੈਨੂੰ ਨਹੀਂ ਲੱਗਦਾ ਇਹ ਠੀਕ ਹੈ। ਕੀ ਇਹ ਉਹੀ ਹੈ ਸੌਲੁਸ? ਕੀ ਤੂੰ ਤਰਸੁਸ ਦਾ ਸੌਲੁਸ ਹੈ? ਅਤੇ ਮੇਰਾ ਨਾਮ ਅਨਾਨੀਆ ਹੈ। ਮੈਨੂੰ ਇੱਥੇ ਲਿਆਂਦਾ ਗਿਆ ਹੈ ਦਰਸ਼ਨ ਦੁਆਰਾ। ਮੈਂ ਜਾਣਦਾ ਹਾਂ ਤੂੰ ਕੌਣ ਹੈ ਅਤੇ ਤੂੰ ਕੀ ਕੀਤਾ ਹੈ। ਤੂੰ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਫੜ ਕੇ ਕੈਦਖਾਨੇ ਵਿੱਚ ਪਾਉਂਦਾ ਸੀ, ਪਰ ਹੁਣ ਤੇਰੇ ਨਾਲ ਕੁਝ ਹੋਇਆ ਹੈ ਨਾ ਸੌਲੁਸ? ਯੀਸ਼ੂ ਨੇ ਮੇਰੇ ਨਾਲ ਗੱਲ ਕੀਤੀ ਹੈ। ਯੀਸ਼ੂ ਨੇ ਮੈਨੂੰ ਇਹ ਦੱਸਿਆ ਕਿ ਉਸਨੇ ਤੈਨੂੰ ਉਸ ਦੇ ਨਾਮ ਦਾ ਪ੍ਰਚਾਰ ਕਰਨ ਦੇ ਲਈ ਚੁਣਿਆ ਹੈ, ਗੈਰ ਕੌਮਾਂ ਅਤੇ ਰਾਜਿਆਂ ਦੇ ਸਾਹਮਣੇ ਅਤੇ ਇਜ਼ਰਾਈਲਾਂ ਦੇ ਸਾਹਮਣੇ ਜਾ ਕੇ ਮੈਂ ਉਸ ਨੂੰ ਦੱਸਾਂਗਾ ਤੇਰੇ ਨਾਮ ਦੇ ਲਈ ਉਸ ਨੂੰ ਕਿੰਨਾ ਦੁੱਖ ਝੇਲਣਾ ਪਵੇਗਾ
ਉਸਨੇ ਮੈਨੂੰ ਆਖਿਆ, ਇਸ ਦੀ ਇੱਕ ਕੀਮਤ ਹੈ ਸੌਲੁਸ, ਇਸ ਦੀ ਕੀਮਤ ਹੈ ਸਭ ਚੀਜ਼ਾਂ ਦੀ ਕੁਰਬਾਨੀ। ਕੀ ਇਹ ਗੱਲ ਸਮਝ ਆਈ? ਭਾਈ ਸੌਲੁਸ, ਜੋ ਪ੍ਰਭੂ ਯਿਸੂ ਨੇ ਤੇਰੇ ਤੇ ਪ੍ਰਗਟ ਹੋਇਆ, ਉਸਨੇ ਮੈਨੂੰ ਇਸ ਲਈ ਵੀ ਭੇਜਿਆ ਹੈ ਕਿ ਤੂੰ ਫਿਰ ਤੋਂ ਦੇਖ ਸਕੇ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇ। यीशु यीशु ਯੀਸ਼ੂ ਦੇ ਮਤ ਦੇ ਕਈ ਸਦੱਸਿਆ ਫੜ ਕੇ ਕੈਦਖਾਨੇ 'ਚ ਬੰਦ ਕੀਤੇ ਗਏ ਨੇ, ਬਹੁਤ ਸਾਰੇ ਸ਼ਹਿਰਾਂ ਤੋਂ। ਖਬਰ ਹੈ ਕਿ ਉਹਨਾਂ ਲੋਕਾਂ ਦੀ ਸਭਾਵਾਂ ਦਾ ਹੋਣਾ ਘਟਿਆ ਹੈ ਅਤੇ ਉਹਨਾਂ ਦੇ ਜਿਹੜੇ ਚੇਲੇ ਬਚ ਗਏ ਸਨ ਉਹ ਕਿਤੇ ਭੱਜ ਕੇ ਲੁਕ ਗਏ ਨੇ। ਜਿੱਥੇ ਅਸੀਂ ਉਮੀਦ ਕਰਦੇ ਹਾਂ ਉਹ ਕੁੱਟ ਕੇ ਮਰ ਜਾਣਗੇ। ਫੜੇ ਜਾਣ ਦਾ ਡਰ ਅਤੇ ਪਥਰਾਵ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਵੱਡੇ ਵੱਡੇ ਬਦਲਾਵ ਧੀਓ ਰੁਕਾਵਟ ਬਣ ਗਏ ਨੇ। ਚੰਗਾ, ਬਹੁਤ ਚੰਗਾ। ਮੈਂ ਕਹੂੰਗਾ ਕਿ ਇਸ ਉન્નਤੀ ਦੇ ਲਈ ਇੱਕੋ ਦਾ ਧੰਨਵਾਦ ਹੈ, ਅਰਸੁਸ ਦਾ ਸੌਲੁਸ। ਉਸ ਦਾ ਜੋਸ਼ ਬੇਮਿਸਾਲ ਹੈ, ਸਾਡੀ ਨਿਸ਼ਚਾ ਅਤੇ ਪਰੰਪਰਾ ਦਾ ਪੱਕਾ ਰੱਖਿਅਕ। ਅਤੇ ਇਸ ਸਮੇਂ ਉਹ ਕਿੱਥੇ ਹੈ? ਦਮਿਸ਼ਕ ਦੇ ਵੱਲ ਆਪਣਾ ਕੰਮ ਪੂਰਾ ਕਰਨ ਦੇ ਲਈ। ਕਿਸੇ ਵੀ ਦਿਨ ਉਸ ਦਾ ਸੁਨੇਹਾ ਆ ਸਕਦਾ ਹੈ। ਤੁਹਾਡੀ ਆਗਿਆ ਹੋਵੇ ਤਾਂ ਮੇਰੇ ਪ੍ਰਭੂ, ਮੇਰੇ ਕੋਲ ਦਮਸਕਸ ਤੋਂ ਸੁਨੇਹਾ ਆਇਆ ਹੈ। ਜਿਸ ਦਾ ਇੰਤਜ਼ਾਰ ਸੀ ਉਹ ਆ ਗਿਆ। ਤੇ ਹੁਣ ਇੱਕ ਖੁਸ਼ਖਬਰੀ। ਨਹੀਂ, ਕੀ ਗੱਲ ਹੈ? ਆਖਿਰ ਹੋਇਆ ਕੀ? ਨਹੀਂ ਨਹੀਂ, ਮੈਂ ਨਿਸ਼ਚਿਤ ਤੌਰ ਤੇ ਤੁਹਾਨੂੰ ਆਖਦਾ ਹਾਂ, ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿੱਚ ਦੂਜਾ ਕੋਈ ਨਾਮ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਮੁਕਤੀ ਪਾ ਸਕੀਏ, ਸਿਵਾਏ ਯੀਸ਼ੂ ਨਾਸਰੀ ਤੋਂ, ਪਰਮੇਸ਼ਰ ਦਾ ਪੁੱਤਰ। ਸੌਲੁਸ ਇੱਕ ਮਸੀਹੀ, ਉਹ ਇੱਕ ਨਵਾਂ ਮਨੁੱਖ ਬਣ ਗਿਆ ਸੀ। ਯੀਸ਼ੂ ਹਮੇਸ਼ਾ ਹੀ ਕਰਦਾ ਹੈ, ਲੋਕਾਂ ਦੇ ਮਨਾਂ ਨੂੰ ਬਦਲਦਾ ਹੈ। ਮੈਂ ਤੁਹਾਡੀ ਮਦਦ ਕਰ ਦੇਣਾ ਹੈ। ਤੁਹਾਡਾ ਚੱਲਣਾ ਤੁਹਾਡੇ ਲਈ ਠੀਕ ਰਹੇਗਾ। ਹਾਂ, ਇੰਨਾ ਹੀ? ਇੱਥੇ ਅੰਤ ਹੋ ਗਿਆ? ਨਹੀਂ 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 ਨਹੀਂ, ਇਹ ਤਾਂ ਇੱਕ ਸ਼ੁਰੂਆਤ ਸੀ ਸੌਲੁਸ ਅਤੇ ਦੂਜੇ ਲੋਕਾਂ ਦੇ ਲਈ। ਫਿਰ ਕੀ ਹੋਇਆ? ਉਸ ਦੇ ਬਾਅਦ ਕੀ ਹੋਇਆ? ਉਹ ਇੱਕ ਹੋਰ ਕਹਾਣੀ ਹੈ। ਜੇ ਤੂੰ ਥੱਲੇ ਉਤਰਦਾ ਹੈ ਤਾਂ ਉਹ ਸਭ ਸੁਣਾਉਣ ਦੇ ਲਈ ਮੇਰੇ ਵਿੱਚ ਥੋੜਾ ਜਿਹਾ ਬਲ ਬਚਿਆ ਹੈ।